ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਇਹੀ ਦਿਨ ਸਨ, ਅਗਸਤ ਮਹੀਨੇ ਦੇ ਆਖਰੀ ਦਿਨ 3 ਸਾਲ ਪਹਿਲਾਂ 2020 ਦੀ ਅਗਸਤ ਪੰਜਾਬ ਵਿੱਚ ਥਾਂ-ਥਾਂ ਤੇ ਕਿਸਾਨਾਂ ਦੇ ਧਰਨੇ ਮੁਜ਼ਾਹਰੇ ਹੋ ਰਹੇ ਸਨ। 5 ਜੂਨ ਨੂੰ 3 ਕਾਲੇ ਖੇਤੀ ਬਿੱਲ ਪ੍ਰੋਮਲਗੇਟ ਹੋ ਗਏ ਸਨ, ਨਾਲ ਹੀ ਰੋਸ ਮੁਜ਼ਾਹਰੇ ਤੇਜ਼ ਹੋ ਗਏ ਸਨ। ਸਤੰਬਰ ਵਿੱਚ ਤਾਂ ਆਰਡੀਨੈਂਸ ਹੀ ਆ ਗਏ ਸਨ ਤੇ ਫਿਰ 24 ਸਤੰਬਰ 2020 ਨੂੰ ਰੇਲ ਰੋਕੋ ਸ਼ੁਰੂ ਹੋ ਗਿਆ ਸੀ। 25 ਨਵੰਬਰ ਵਾਲਾ ਦਿੱਲੀ ਚਲੋ ਤਾਂ ਸਾਡੀਆਂ ਪੀੜ੍ਹੀਆਂ ਨੇ ਨਹੀਂ ਭੁੱਲਣਾ। ਉਹ ਪਾਣੀ ਵਾਲੀਆਂ ਤੋਪਾਂ, ਟੀਅਰ ਗੈਸ, ਬੈਰੀਕੇਡਾਂ ਤੋੜਦੇ ਪੰਜਾਬ ਹਰਿਆਣੇ ਦੇ ਨੌਜਵਾਨ, ਸਿੰਘੂ ਟੀਕਰੀ ਦਾ ਸੰਘਰਸ਼, ਸਰਕਾਰ ਨਾਲ ਗੱਲਬਾਤ ਦੇ ਦੌਰ, ਫਿਰ ਉਹ ਅੰਦੋਲਨ ਦੀ ਪਿੱਠ ਵਿੱਚ ਛੁਰਾ ਮਾਰਨ ਦੀਆਂ ਕਵਾਇਦਾਂ, ਇਹਨੂੰ ਕਦੀ ਖਾਲਿਸਤਾਨੀ, ਕਦੀ ਟੁਕੜੇ ਟੁਕੜੇ ਗੈਂਗ ਦੀ ਕਾਰਸਤਾਨੀ ਵਾਲਾ ਹਕੂਮਤੀ ਬਿਆਨੀਆਂ, ਕੋਵਿਡ ਦਾ ਡਰਾਵਾ, ਫਿਰ ਉਹ ਟਰੈਕਟਰ ਪਰੇਡ ਤੇ ਰਕੇਸ਼ ਟਕੈਤ ਦੇ ਹੰਝੂ, ਪਾਰਲੀਮੈਂਟ ਦੇ ਬਰਾਬਰ ਕਿਸਾਨਾਂ ਦੀ ਸੰਸਦ, ਜ਼ੁਲਮੋ ਸਿਤਮ ਦੀ ਇੰਤਹਾ, ਕਰਨਾਲ ਵਿੱਚ ਕਿਸਾਨਾਂ ਦੇ ਸਿਰ ਫਾੜਨ ਦਾ ਹਕੂਮਤੀ ਅਮਲ ਤੇ ਜੀਪਾਂ ਥੱਲੇ ਦਰੜ ਕੇ ਮਾਰੇ ਕਿਸਾਨ, ਤੇ ਫਿਰ ਕੁੱਲ ਸੰਸਾਰ ਸਾਹਮਣੇ ਸਰਕਾਰ ਦੀ ਕਰਾਰੀ ਹਾਰ ਤੇ ਕਾਲੇ ਖੇਤੀ ਬਿੱਲਾਂ ਦੀ ਵਾਪਸੀ। ਦੇਸ਼ ਵਿੱਚ ਲੋਕ ਸਰੋਕਾਰਾਂ ਨਾਲ ਜੁੜੀ ਤਹਿਰੀਕ ਨੇ ਇਸ ਖਿੱਤੇ ਵਿੱਚ ਇਹ ਸੁਨਹਿਰੀ ਇਤਿਹਾਸ ਰਚਿਆ। ਪਰ ਅੱਜ ਇਹੀ ਕਿਸਾਨਾਂ ਮਜ਼ਦੂਰਾਂ ਦੀ ਤਹਿਰੀਕ ਕਿੱਥੇ ਖੜੀ ਹੈ? ਮਸਲੇ ਮਸਾਇਲ ਅੱਜ ਵੀ ਮੂੰਹ ਅੱਡੀ ਸਾਹਮਣੇ ਖੜੇ ਹਨ। ਕਿਸਾਨ ਜਥੇਬੰਦੀਆਂ ਤਾਂ ਲਗਾਤਾਰ ਲੜ ਰਹੀਆਂ ਹਨ, ਕਦੀ ਫਸਲ ਦੇ ਠੀਕ ਮੁੱਲ ਲਈ, ਕਦੀ ਖਰਾਬ ਹੋਈ ਫਸਲ ਦੇ ਮੁਆਵਜ਼ੇ ਲਈ, ਕਦੀ ਹੜ੍ਹਾਂ ਵਿੱਚ ਖਰਾਬ ਹੋ ਚੁੱਕੀ ਝੋਨੇ ਦੀ ਪਨੀਰੀ ਜਾਂ ਫਸਲ ਲਈ, ਢਹਿ ਚੁੱਕੇ ਘਰਾਂ ਦੇ ਮੁਆਵਜ਼ੇ ਲਈ, ਨੁਕਸਾਨੇ ਮਾਲ ਡੰਗਰ ਅਸਬਾਬ ਦੀ ਭਰਪਾਈ ਲਈ। ਅੰਦੋਲਨ ਲਗਾਤਾਰ ਜਾਰੀ ਹੈ, ਪਰ ਤਹਿਰੀਕ ਵਿੱਚ ਮਜ਼ਬੂਤੀ ਆਉਣ ਦੀ ਥਾਂ ਇਹ ਟੁੱਟਵੇਂ ਰੂਪਾਂ ਵਿੱਚ ਚੱਲ ਰਹੀ ਹੈ। ਵੈਸੇ ਜਿਸ ਤਹਿਰੀਕ ਨੇ 32 ਜਥੇਬੰਦੀਆਂ ਨੂੰ ਇੱਕ ਸੁਰ, ਇੱਕ ਕਦਮ, ਇੱਕ ਚਾਲ ਹੋ ਕੇ ਚੱਲਣਾ ਸਿਖਾਇਆ ਸੀ, ਜਿਸ ਰਣਨੀਤੀ ਨੇ ਏਡੀ ਵੱਡੀ ਜਿੱਤ ਦਵਾਈ ਸੀ, ਉਹ ਤਾਂ ਫਿਰ ਛੇਤੀ ਹੀ ਤੱਜ ਦਿੱਤੀ ਸੀ। ਇਕਤਾ ਤਾਂ ਕੀ ਹੋਣੀ ਸੀ, ਬੱਤੀਆਂ ਦੀਆਂ ਹੁਣ ਕੋਈ 60-70 ਕੁ ਜਥੇਬੰਦੀਆਂ ਹੋ ਚੁੱਕੀਆਂ ਨੇ, ਹਾਲੇ ਟੁੱਟ ਭੱਜ ਦਾ ਦੌਰ ਜਾਰੀ ਹੈ। ਇਹੀ ਕਿਸਾਨ ਅੰਦੋਲਨ ਜਿਸ ਨੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਖੁੱਡੇ ਲਾਈਨ ਲਾ ਦਿੱਤਾ, ਪੰਜਾਬ ਵਿੱਚ ਇੱਕ ਨਵੀਂ ਪਾਰਟੀ ਤੋਂ ਆਸ ਰੱਖ ਉਹਨੂੰ ਵੱਡੀ ਜਿੱਤ ਦਵਾਈ, ਅੱਜ ਸਰਜ਼ਮੀਨੇ ਪੰਜਾਬ ਵਿੱਚ ਹੀ ਫਿਰ ਸੜਕਾਂ ਉੱਤੇ ਹੈ, ਡਾਂਗਾਂ ਖਾ ਰਿਹਾ। ਇੱਕ ਬਜ਼ੁਰਗ ਸੰਘਰਸ਼ੀ ਕਿਸਾਨ ਯੋਧੇ ਦੀ ਲਾਸ਼ ਦੀ ਤਾਂ ਹੁਣੇ ਆਹੂਤੀ ਪਾ ਹਟਿਆ। ਕੇਂਦਰ ਨਾਲ ਵੱਡੀਆਂ ਲੜਾਈਆਂ ਤੇ ਹੱਲੇ ਬਾਕੀ ਨੇ, ਸੂਬੇ ਦੀ ਸਰਕਾਰ ਨਾਲ ਵੀ ਨਿੱਤ ਆਡਾ ਲਾ ਰਿਹਾ। ਅੱਜ ਕਿਸਾਨ ਸੰਘਰਸ਼ ਦੀ ਸਥਿਤੀ ਕੀ ਹੈ? ਅਸੀਂ ਆਪਣੇ ਅੰਦਰਲੀਆਂ ਕਮਜ਼ੋਰੀਆਂ ਨਾਲ ਕਿਵੇਂ ਸਿੱਝ ਰਹੇ ਹਾਂ? ਸਾਡੇ ਪਿੰਡਾਂ ਵਿੱਚ ਜ਼ਿਮੀਂਦਾਰ ਕਿਸਾਨ ਅਤੇ ਬੇਜ਼ਮੀਨੇ ਮਜ਼ਦੂਰ ਵਿਚਾਲੇ ਸਮੀਕਰਨ ਹਾਲੇ ਵੀ ਕਿਉਂ ਚਿੰਤਾਜਨਕ ਹੈ? ਏਕਤਾ ਅਤੇ ਭਾਈਚਾਰੇ ਦੇ ਮੁਜੱਸਮੇ ਬਣੇ ਕਿਸਾਨ ਅੰਦੋਲਨ ਤੋਂ ਬਾਅਦ ਸਾਡੇ ਪਿੰਡਾਂ ਵਿੱਚ ਜਾਤ ਪਾਤ ਦਾ ਕੋਡ ਉਵੇਂ ਹੀ ਕਿਉਂ ਹੈ? ਗੱਲ ਕਿਉਂ ਨਹੀਂ ਸ਼ੁਰੂ ਹੋ ਰਹੀ? ਅੰਦੋਲਨ ਨੇ ਤਾਂ ਪਿੰਡ ਸ਼ਹਿਰ ਨੂੰ ਜੋੜਿਆ ਸੀ, ਫਿਰ ਪਿੰਡ ਅਤੇ ਸ਼ਹਿਰ ਦਾ ਵਾਰਤਾਲਾਪ ਕਿੱਥੇ ਹੋ ਰਿਹਾ? ਉਦੋਂ ਤਾਂ ਮੇਨਸਟ੍ਰੀਮ ਪੋਲਿਟਿਕਸ ਛਾਲ ਮਾਰ ਕੇ ਕਿਸਾਨ ਅੰਦੋਲਨ ਦੀ ਟਰਾਲੀ ਚੜ੍ਹਨ ਨੂੰ ਕਾਹਲੀ ਸੀ। ਅੱਜ ਰਵਾਇਤੀ ਪਾਰਟੀਆਂ ਕਿਸਾਨ, ਮਜ਼ਦੂਰਾਂ, ਸ਼ਹਿਰੀ ਗਰੀਬਾਂ, ਮਿਹਨਤਕਸ਼ਾਂ ਦੇ ਮੁੱਦਿਆਂ ਤੋਂ ਫਿਰ ਕਿਵੇਂ ਤਲਾਕਸ਼ੁਦਾ ਹੋ ਗਈਆਂ ਨੇ? ਕੁਝ ਹੋਰ ਵੀ ਬਹੁਤ ਨਿਰਾਸ਼ਾਜਨਕ ਹੋ ਰਿਹਾ। ਇਹ ਕਿਸਾਨਾਂ ਦੀ ਸਰਕਾਰ ਨਾਲ ਕੈਸੀ ਖੁੱਲ੍ਹਮ ਖੁੱਲ੍ਹਾ ਗੱਲਬਾਤ ਹੁੰਦੀ ਹੈ, ਜਿਸ ਵਿੱਚ ਕਿਸਾਨੀ ਲੀਡਰ ਪੁਲਿਸ ਅਫਸਰਾਂ ਨਾਲ ਬੈਠ ਕੇ ਮੰਗਾਂ ਦਾ ਚਾਰਟਰ ਰੱਖਦੇ ਹਨ, ਫਿਰ ਗੱਲਬਾਤ ਦੇ ਸਫਲ ਹੋਣ ਦਾ ਐਲਾਨ ਕੀਤਾ ਜਾਂਦਾ ਹੈ, ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ। ਸਿਆਸਤਦਾਨ ਮਨਫੀ, ਸਿਆਸਤ ਵੀ ਗੈਰ ਹਾਜ਼ਰ। ਅੰਦੋਲਨ ਹੀ ਪਹੁੰਚਦਾ ਇਹ ਨਹੀਂ ਸੀ ਹੁੰਦੀ। ਸਿੰਘੂ ਟੀਕਰੀ ਵਾਲੀ ਯੂਨੀਵਰਸਿਟੀ ਵਿੱਚ ਤਾਂ ਇਹ ਸਿਲੇਬਸ ਵਿੱਚ ਕਿਤੇ ਨਹੀਂ ਸੀ ਪੜ੍ਹਾਇਆ ਗਿਆ। ਖੈਰ, ਹਾਲੀਆ ਸਿਆਸੀ ਸੁਰਖੀਆਂ ਵੀ ਸਾਹਮਣੇ ਨੇ। ਗਵਰਨਰ ਸਾਹਿਬ ਸੰਵਿਧਾਨਕ ਮਰਿਆਦਾ ਦੇ ਪਾਠ ਪੜ੍ਹਾ ਰਹੇ ਨੇ, ਧਾਰਾ 356 ਵਾਲੀ ਡੰਗ ਵਿਖਾ ਰਹੇ ਨੇ। ਡੈਮੋਕ੍ਰੇਸੀ ਦਾ ਅਜਬ ਗਜ਼ਬ ਚਿਹਰਾ ਸਾਹਮਣੇ ਆ ਰਿਹਾ ਹੈ। ਇਹ ਸਭ ਵੀ ਕਿਵੇਂ ਸਾਡੀ ਵਡੇਰੀ ਕਿਸਾਨ ਮੋਰਚੇ ਵਾਲੀ ਚਰਚਾ ਨਾਲ ਜੁੜਿਆ ਹੈ, ਇਹ ਵੀ ਦੇਖਾਂਗੇ। ਸਾਡੇ ਨਾਲ ਇਸ ਚਰਚਾ ਵਿੱਚ ਅੱਜ ਹਾਜ਼ਰ ਹੋ ਰਹੇ ਨੇ ਡਾਕਟਰ ਪਿਆਰੇ ਲਾਲ ਗਰਗ ਜੀ, ਕਿਸਾਨ ਅੰਦੋਲਨ ਦੇ ਨਾਲ ਚੰਗੀ ਤਰ੍ਹਾਂ ਜੁੜੇ ਰਹੇ ਨੇ, ਸਿੰਘੂ ਟੀਕਰੀ ਯੂਨੀਵਰਸਿਟੀ ਦੇ ਤਾਂ ਮੈਨੂੰ ਲੱਗਦਾ ਤਸਦੀਕਸ਼ੁਦਾ ਪ੍ਰੋਫੈਸਰ ਕੋਸ਼ੇਤੀ ਹੋ ਚੁੱਕੇ ਨੇ। ਹੁਣੇ ਇੱਥੋਂ ਦੀਆਂ ਤਹਿਰੀਕੀ ਮੂਵਮੈਂਟ ਤੇ ਅਮਰੀਕਾ ਦੇ ਵਿੱਚ ਇਸੇ ਕਿਸਮ ਦੇ ਅੰਦੋਲਨ ਕਿਵੇਂ ਲੜੇ ਗਏ ਨੇ, ਸਾਡੀ ਗਦਰ ਪਾਰਟੀ ਦੇ ਅੰਦੋਲਨ ਉੱਥੇ ਕਿਵੇਂ ਲੜੇ ਗਏ ਸੀ, ਉਹਨਾਂ ਦੀ ਸ਼ੁਰੂਆਤ ਕਿੱਦਾਂ ਹੋਈ ਸੀ ਤੇ ਸਫਲ ਕਿਉਂ ਹੋਏ, ਇਹਨਾਂ ਸਭ ਚੀਜ਼ਾਂ ਨੂੰ ਸਟੱਡੀ ਕੀਤਾ ਇਹਨਾਂ ਨੇ। ਹੁਣੇ ਅਮਰੀਕਾ ਜਾ ਕੇ ਉਸ ਗਦਰ ਪਾਰਟੀ ਦੇ ਸਾਰੇ ਦੌਰ ਨੂੰ ਨੇੜਿਓਂ ਦੇਖ ਪੜ੍ਹ ਕੇ ਆਏ ਨੇ।
ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜ ਰਹੇ ਨੇ। ਪ੍ਰੋਫੈਸਰ ਮਨਜੀਤ ਸਿੰਘ ਜੀ ਵੀ ਗਦਰ ਪਾਰਟੀ ਦੇ ਉਸੇ ਦੌਰ ਨੂੰ ਪੜ੍ਹਨ ਅਮਰੀਕਾ ਗਏ ਸੀ, ਉੱਥੋਂ ਸਿੱਧੇ ਵਾਪਸ ਆਏ ਨੇ ਤੇ ਮੈਂ ਸੋਚਿਆ ਕਿ ਉਹ ਗਦਰ ਪਾਰਟੀ ਦਾ ਦੌਰ ਤੇ ਇਹ ਕਿਸਾਨ ਅੰਦੋਲਨ ਦਾ ਸਾਂਝਾ ਵੱਡਾ ਸੁਨਹਿਰਾ ਦੌਰ, ਕੀ ਲਰਨਿੰਗਸ ਨੇ, ਕੀ ਕੁਝ ਅਸੀਂ ਉਹ ਲਰਨਿੰਗਸ ਅਪਲਾਈ ਨਹੀਂ ਕਰ ਸਕੇ ਤੇ ਕਿਹੜੀਆਂ ਅਨਲਰਨ ਹੀ ਕਰ ਦਿੱਤੀਆਂ ਗਈਆਂ ਨੇ। ਅਸੀਂ ਆਲਮੋਸਟ ਬਹੁਤ ਵਡੇਰੇ ਖਤਾ ਖਾਂਦੇ ਅੰਦੋਲਨਾਂ ਨੂੰ ਦੇਖ ਰਹੇ ਹਾਂ। ਕਿਸਾਨ ਅੰਦੋਲਨ ਤਾਂ ਹਾਲੇ ਵੀ ਲੜ ਰਿਹਾ ਤੇ ਜਿਹੜੀਆਂ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਤੋਂ ਇੱਕ ਵਿਥ ਉਸੇ ਤਰੀਕੇ ਨਾਲ ਫਿਰ ਦੁਬਾਰਾ ਬਣੀ ਹੋਈ ਹੈ ਲੋਕ ਸਰੋਕਾਰਾਂ ਦੀ। ਹਾਊ ਡੂ ਯੂ ਸੀ ਦਿਸ ਐਂਟਾਇਰ ਜਰਨੀ ਤੇ ਅੱਜ ਦੀ ਕਿਸਾਨ ਮੂਵਮੈਂਟ ਨੂੰ? ਦੇਖੋ, ਇੱਕ ਅਕਸਰ ਚਰਚਾ ਕੀਤੀ ਜਾਂਦੀ ਆ, ਖਾਸ ਕਰਕੇ ਸਾਡੇ ਜਿਹੜੇ ਮਿਡਲ ਕਲਾਸ ਦੇ ਥੋੜ੍ਹੇ ਕੰਸਰਨ ਆ ਸਰੋਕਾਰ ਉਹਨਾਂ ਦੇ ਨਾਲ ਰੱਖਦੇ ਆ ਤੇ ਨਾਲ ਹੀ ਇੱਕ ਆਈਡੀਅਲ ਦੇ ਤੌਰ 'ਤੇ ਚੱਲਦੇ ਆ। ਧਰਾਤਲ ਦੀ ਹਾਲਾਤ ਇਹ ਹੈ ਕਿ ਉਦੋਂ ਵੀ ਇਹ ਇਸੇ ਤਰੀਕੇ ਨਾਲ ਅਲੱਗ-ਅਲੱਗ ਸੀਗੇ, ਪਰ ਇੱਕ ਡਰ ਕਿ ਜੇ ਤੁਸੀਂ ਇਕੱਠੇ ਹੋ ਕੇ ਨਾ ਰਹੇ ਤਾਂ ਤੁਹਾਨੂੰ ਲੋਕ ਬਾਹਰ ਕੁੱਟਣ ਲਈ ਤਿਆਰ ਬੈਠੇ ਆ। ਇਹ ਇੱਕ ਪਹਿਲਾ ਡਰ ਸ਼ੁਰੂਆਤੀ ਦੌਰ ਸੀ ਕਿ ਉਹਨਾਂ ਦੀਆਂ ਜ਼ਮੀਨਾਂ ਜਾਣ ਲੱਗੀਆਂ, ਉਸ ਨੇ ਇਹਨਾਂ ਨੂੰ ਨੇੜੇ ਲਿਆਂਦਾ। ਜਦੋਂ ਇੱਕ ਵਾਰੀ ਨੇੜੇ ਆ ਗਏ ਤੇ ਪਿੱਛੋਂ ਲੋਕਾਂ ਦਾ ਪ੍ਰੈਸ਼ਰ ਵੱਡੇ ਪੱਧਰ ਤੇ ਬਣ ਗਿਆ। ਇਹ ਅੰਦਰ ਰੋਜ਼ ਜੁੱਤੀ ਹੁੰਦੇ ਸੀ ਮੀਟਿੰਗਾਂ 'ਚ। ਯੂ ਆਰ ਇਨਸਾਈਡ ਦੋਜ਼ ਮੀਟਿੰਗਸ? ਨਹੀਂ, ਮੈਂ ਤੇ ਨਹੀਂ ਸੀ, ਜਿਹੜੇ ਸੀਗੇ ਸਾਨੂੰ ਰੋਜ਼ ਫੋਨ ਕਰਕੇ ਦੱਸਦੇ ਸੀ ਵੀ ਅੱਜ ਆ ਹੋਇਆ, ਅੱਜ ਆ ਹੋਇਆ। ਔਰ ਇਸ ਕਰਕੇ ਉਦੋਂ ਵੀ ਜਿਹੜੀ ਇਕੱਠ ਸੀਗਾ ਉਹ ਬਾਹਰੋਂ ਜਨਤਾ ਨੂੰ ਦਿਖਦਾ ਸੀ, ਕਿਉਂਕਿ ਬਾਹਰ ਆ ਕੇ ਇਹ ਇਕੱਠੇ ਸੀ। ਦੈਟ ਮੀਨਸ ਇੱਕ ਸ਼ਰੂਡਨੈਸ ਦਾ ਸੀ ਨਾ, ਬਿਲਕੁਲ ਹੀ ਨਹੀਂ ਸਮਝਦਾ, ਸਟ੍ਰੈਟੇਜਿਕ ਸ਼ਰੂਡਨੈਸ ਸੀਗੀ। ਔਰ ਉਦੋਂ ਬਾਅਦ ਜਿਹਨੇ ਵੀ ਮਾੜੀ ਮੋਟੀ ਕੋਸ਼ਿਸ਼ ਕੀਤੀ, ਕਿਸੇ ਨੇ ਕੋਰਟ ਨੂੰ ਜਾਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਬਾਹਰ ਆਉਣ ਦੀ ਕੋਸ਼ਿਸ਼ ਕੀਤੀ, ਉਹਦੇ ਕੋਲੋਂ ਚਾਰਾ ਹੀ ਕੋਈ ਨਹੀਂ ਸੀ ਬਾਹਰ ਆਉਣ ਦਾ। ਲੀ ਦੇ ਉੱਤੇ ਰਹਿਣਾ ਪੈਂਦਾ ਸੀ, ਬਿਲਕੁਲ ਰਹਿਣਾ ਪੈਂਦਾ। ਇਹ ਲੀਓ ਕਿਉਂ ਉਤਰਿਆ ਹੋਇਆ ਅੱਜ ਦੀ ਗੱਲ ਇਹ ਹੈ ਕਿ ਹੁਣ ਉਹ ਮਾਹੌਲ ਨਹੀਂ। ਉਹ ਸੀਗਾ ਇੱਕ ਮੋਰਚੇ ਦੇ ਵਿੱਚ, ਜੰਗ ਦੇ ਵਿੱਚ ਅੱਗੇ ਵੱਧ ਕੇ ਆਪਣੇ ਜਿਹਨੂੰ ਉਹਨਾਂ ਨੇ ਟਾਰਗੇਟ ਕੀਤਾ ਉਸ ਨੂੰ ਢਾਉਣ ਦਾ। ਤੁਸੀਂ ਇਹ ਦੇਖੋ ਕਿ ਉਸ ਮੂਵਮੈਂਟ ਦੀ ਬੁਲੰਦੀ ਤੇ ਉਚਾਈ ਜਿਹੜੀ ਆ ਕੌਨਸ਼ੀਅਸ ਲੈਵਲ ਦੀ ਕਿੰਨੀ ਸੀ। ਇਹ ਪਹਿਲੀ ਮੂਵਮੈਂਟ ਹੋਊਗੀ ਦੇਸ਼ ਦੇ ਅੰਦਰ ਹੀ ਜਿੱਥੇ ਅਡਾਨੀ ਅਬਾਨੀ ਨੂੰ ਵੀ ਟਾਰਗੇਟ ਕਰਕੇ ਸਾਰਾ ਕੁਝ ਮੰਨਦੇ ਆ। ਮੈਂ ਪੁੱਛ ਰਿਹਾ, ਇਹ ਉੱਥੋਂ ਦੇ ਯੋਧੇ ਨੇ, ਇਹ ਉੱਥੇ ਹੀ ਲੜਨ ਗਏ ਸੀਗੇ, ਇਹ ਉੱਥੋਂ ਸਭ ਸਿੱਖ ਕੇ ਆਏ ਸੀਗੇ। ਅਸੀਂ ਸੋਚਿਆ ਸੀਗਾ ਹੁਣ ਤੇ ਸਾਡੇ ਅੰਦੋਲਨ, ਸਾਡੇ ਮੋਰਚੇ ਬੜੇ ਡਿਫਰੈਂਟਲੀ ਲੜਾਈਆਂ ਲੜੀਆਂ ਜਾਣਗੀਆਂ, ਅਸੀਂ ਬੜੀਆਂ ਇਨਫੋਰਮਡ ਲੜਾਈਆਂ ਲੜਾਂਗੇ, ਉਹਨਾਂ ਢੰਗ ਤਰੀਕਿਆਂ ਦੇ ਹੁਣ ਸਿੱਖੇ ਹੋਏ ਆ, ਹੁਣ ਸਾਨੂੰ ਵੱਲ ਆ ਗਏ ਨੇ। ਡਾਕਟਰ ਗਰਗ, ਇਹ ਉਸ ਵੇਲੇ ਇਹ ਨਹੀਂ ਸੀ ਸੋਚਿਆ ਕਿ ਅੱਜ ਤੋਂ ਸਾਲ ਬਾਅਦ ਜਿਸ ਵੇਲੇ ਅਸੀਂ ਲੜਾਂਗੇ ਤਾਂ ਇਹਨਾਂ ਢੰਗ ਤਰੀਕਿਆਂ ਨਾਲ ਲੜਾਂਗੇ ਕਿ ਪੁਲਿਸ ਅਫਸਰਾਂ ਦੇ ਨਾਲ ਬੈਠ ਕੇ ਸਾਡੇ ਕਿਸਾਨ ਲੀਡਰ, ਇੱਕ ਕਿਸਾਨ ਜਿਹੜਾ ਸੈਕਰੀਫਾਈਸ ਕਰ ਗਿਆ, ਸ਼ਹੀਦ ਹੈ, ਉਹਦੇ ਬਾਰੇ ਇਸ ਕਿਸਮ ਦੀ ਗੱਲਬਾਤ ਪੁਲਸੀਆ ਰਜੀਮ ਦੇ ਨਾਲ ਹੋਏਗੀ, ਰਜੀਮ ਨਾਲ ਵੀ ਨਹੀਂ ਹੋਏਗੀ, ਸਰਕਾਰ ਨਾਲ ਨਹੀਂ ਹੋਏਗੀ, ਪੋਲਿਟਿਕਸ ਉਹਦੇ ਵਿੱਚੋਂ ਮਨਫੀ ਹੋਏਗੀ। ਅਸੀਂ ਆਰ ਵੀ ਲਿਵਿੰਗ ਇਨ ਅ ਪੁਲਿਸ ਸਟੇਟ? ਤੁਸੀਂ ਠੀਕ ਕਹਿ ਰਹੇ ਹੋ। ਬੜਾ ਮੈਨੂੰ ਵੀ ਅਫਸੋਸ ਹੋਇਆ ਜਦ ਕਹਿੰਦੇ ਨੇ ਵੀ ਚੀਨਾ ਸਾਹਿਬ ਜਿਹੜੇ ਆਈਜੀ ਨੇ ਉਸ ਰੀਜਨ ਦੇ ਵਿੱਚ ਉਹਨਾਂ ਨਾਲ ਮੀਟਿੰਗ ਕਰੀ ਜਾ ਰਹੀ ਹੈ। ਮੈਂ ਸੋਚਿਆ ਚੀਨਾ ਸਾਹਿਬ ਨੇ ਸਹੁੰ ਚੁੱਕਣੀ ਹੈ ਮੰਤਰਾਲੇ ਦੀ। ਜਿਹੜੀਆਂ ਨੇ ਉਹ ਪੁਲਿਸ ਨਾਲ ਜਾਂ ਸਿਵਲ ਅਧਿਕਾਰੀਆਂ ਨਾਲ ਹੁੰਦੀਆਂ ਰਹਿੰਦੀਆਂ ਛੋਟੀਆਂ ਮੋਟੀਆਂ ਕਿ ਬਈ ਆਹ ਤੁਹਾਡਾ ਕਿਵੇਂ ਆਏ, ਤੁਸੀਂ ਇੱਥੇ ਧਰਨਾ ਮਾਰਨਾ ਨਹੀਂ ਮਾਰਨਾ। ਪਰਦੇ ਪਿੱਛੇ ਬੜੀ ਵਾਰੀ ਹੁੰਦੀਆਂ ਨੇ ਸਾਹਮਣੇ ਵੀ ਇਹਨਾਂ ਗੱਲਾਂ ਤੇ ਕਿ ਇੱਥੇ ਧਰਨਾ ਤੁਸੀਂ ਇੱਥੇ ਤੱਕ ਬਹਿ ਜਾਓ, ਇੱਥੇ ਨਾ ਬੈਠੋ। ਐਡਮਿਨਿਸਟ੍ਰੇਟਿਵ ਅਰੇਂਜਮੈਂਟ ਵਾਸਤੇ, ਪਰ ਪੋਲੀਟੀਕਲ ਡਿਸੀਜਨ ਵਾਸਤੇ ਕਦੇ ਉਹਨਾਂ ਨਾਲ ਮੀਟਿੰਗ ਨਹੀਂ ਹੁੰਦੀ। ਉਹ ਕੀ ਹੋ ਸਕਦਾ ਹੈ ਵੀ ਕੋਈ ਨਾ ਕੋਈ ਇੱਕ ਸੂਤਰਧਾਰ ਐਸਾ ਹੋ ਸਕਦਾ ਹੈ, ਚਾਹੇ ਉਹ ਪ੍ਰਸ਼ਾਸਨ ਦਾ ਹੋਵੇ ਚਾਹੇ ਬਾਹਰਲਾ ਹੋਵੇ, ਜਿਹੜਾ ਦੋਨੇ ਪਾਸੇ ਜਿਹਦੀ ਮਾੜੀ ਮੋਟੀ ਪੁੱਛ ਰਹਿੰਦੀ ਹੋਵੇ। ਤੇ ਜਦ ਜਿਹੜੇ ਅੰਦੋਲਨ ਦੀ ਤੁਸੀਂ ਗੱਲ ਕਰਦੇ ਹੋ, ਇਤਿਹਾਸਕ ਅੰਦੋਲਨ ਦੀ, ਉਹਦੇ ਵਿੱਚ ਵੀ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀ, ਜਿਹੜੇ ਅਫਸਰ ਸ਼ਾਹ ਸੀ, ਨੌਕਰ ਸ਼ਾਹ ਸੀ, ਉਹ ਸਾਈਡ ਲਾਈਨ ਤੇ ਨਾਲ ਬੈਠੇ ਹੁੰਦੇ ਸੀ। ਮੀਟਿੰਗਾਂ ਸਿੱਧੀਆਂ ਤੋਮਰ ਸਾਹਿਬ ਨਾਲ ਹੋ ਰਹੀਆਂ ਸੀ, ਮੀਟਿੰਗ ਪੋਲੀਟੀਸ਼ੀਅਨ ਨਾਲ ਹੁੰਦੀ ਸੀ, ਯੂਨੀਅਨ ਮਿਨਿਸਟਰਸ ਨਾਲ ਹੁੰਦੇ ਸੀ। ਪੀਯੂਸ਼ ਗੋਇਲ ਤੇ ਤੋਮਰ ਸਾਹਿਬ ਹਮੇਸ਼ਾ ਦੂਜਾ ਔਰ ਉਹ ਹਮੇਸ਼ਾ ਆ ਕੇ ਕਹਿੰਦੇ ਸੀ ਅਸੀਂ ਡਾਇਰੈਕਟਲੀ ਅਮਿਤ ਸ਼ਾਹ ਨਾਲ ਜੁੜੇ ਹੋਏ ਹਾਂ, ਡਾਇਰੈਕਟਲੀ ਪ੍ਰਧਾਨ ਮੰਤਰੀ ਨਾਲ ਗੱਲ ਕਰ ਰਹੇ ਹਾਂ। ਇਹ ਵੀ ਦੱਸਦੇ ਸੀ, ਹਾਂ ਸਾਹਮਣੇ ਗੱਲ ਕਰਦੇ ਸੀ ਅਸੀਂ ਜੇ ਅਮਿਤ ਸ਼ਾਹ ਨਾਲ ਪ੍ਰਧਾਨ ਮੰਤਰੀ ਨਾਲ ਜੁੜੇ। ਸੋ ਮੀਟਿੰਗਾਂ ਹੁੰਦੀਆਂ ਨੇ ਕਿਉਂਕਿ ਡਿਸੀਜਨ ਸਿਆਸੀ ਹੋਣੇ ਸੀ। ਅੱਜ ਇੱਕ ਤਾਂ ਇਹ ਅਫਸੋਸ ਹੈ, ਦੂਜਾ ਪਰ ਇਹਦੇ ਚੋਂ ਇੱਕ ਪੋਜ਼ਿਟਿਵ ਵੀ ਹੈਗਾ। ਐ ਨਹੀਂ ਹੈ ਵੀ ਸਾਰਾ ਕੁਝ ਡੁੱਡੇ ਬਿਨਾਂ ਦਾ ਲੜਨ ਤਾਂ ਉਹੀ ਆ ਰਹੀ ਹੈ, ਲੜਨ ਤਾਂ ਉਹੀ ਤੇਰਾ ਨਹੀਂ। ਮੈਂ ਉਹਦੇ ਚੋਂ ਇੱਕ ਹਾਂ ਪੱਖੀ ਹੋਰ ਵੀ ਕਹਿਣਾ। ਹਾਂ ਪੱਖੀ ਇਹ ਹੋਇਆ ਕਿ ਜਿਵੇਂ ਆਪਾਂ ਕਿਹਾ ਵੀ 70 ਬਣ ਗਈਆਂ, ਸ਼ਾਇਦ 75 ਵੀ ਹੋਣ, 80 ਵੀ ਹੋਣ, ਕਈ ਪਤਾ ਵੀ ਨਹੀਂ ਨਾ ਲੱਗਦਾ ਇੱਟ ਚੁੱਕੇ ਤੋਂ ਅੱਜ ਕੱਲ੍ਹ ਨਿਕਲ ਆਉਂਦੀਆਂ, ਇੱਟ ਚੁੱਕੇ ਤੋਂ ਨਿਕਲ ਵੀ ਰਹੀਆਂ। ਠੀਕ ਗੱਲ, ਡੰਡੂਆਂ ਦੀ ਪੰਸੇਰੀ ਵਾਲਾ ਹਿਸਾਬ ਹੈ। ਪਰ ਇਹਦੇ ਬਾਵਜੂਦ ਜਿਹੜੀਆਂ ਜਥੇਬੰਦੀਆਂ ਨੇ ਅੰਦੋਲਨ ਸ਼ੁਰੂ ਕਰਿਆ ਉਹ ਟੁੱਟ ਕੇ ਬਣੀਆਂ ਹੋਈਆਂ ਸੀ। ਉਹ ਜਥੇਬੰਦੀਆਂ ਮੁੱਖ ਨਹੀਂ ਸੀਗੀਆਂ, ਉਹਨਾਂ ਦੀ ਗਿਣਤੀ ਵੀ ਥੋੜੀ ਸੀ। ਪਰ ਜਦ ਇਹ ਤਸ਼ੱਦਦ ਹੋ ਗਿਆ ਤਾਂ 16 ਪਹਿਲਾਂ ਇਕੱਠੇ ਹੋਏ।
16 ਨੇ ਕੈਂਪਵਾਲ ਦੇ ਵਿੱਚ ਮੀਟਿੰਗ ਕਰੀ ਤੇ ਇਹ ਜਿਹੜੇ ਲੜੀਆਂ ਨੇ ਆਖਿਆ ਜੋ ਫੈਸਲਾ ਕਰਨਗੇ ਸਾਨੂੰ ਉਹ ਮਨਜ਼ੂਰ ਹੋਏਗਾ। ਉਸ ਤੋਂ ਬਾਅਦ ਉਗਰਾਹਾਂ ਦੀ ਹੋਰ ਸਾਰੀਆਂ ਜਥੇਬੰਦੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਇਹ ਸਾਰੀਆਂ ਨੇ ਇੱਕ ਜਾਣ ਹੋ ਕੇ ਕਹਿਤਾ। ਟਕੈ ਸਾਹਿਬ ਦਾ ਬਿਆਨ ਆਇਆ, ਹਰਿਆਣੇ ਵਾਲਿਆਂ ਦਾ ਬਿਆਨ ਆਇਆ ਕਿ ਇਹ ਐ ਨਾ ਸਮਝੇ ਸਰਕਾਰ ਪੰਜਾਬ ਦੀ ਕਿ ਇਕੱਲੇ ਨੇ, ਅਸੀਂ ਨਾਲ ਆ। ਇੱਕ ਤਾਂ ਇਹ ਪੋਜ਼ਿਟਿਵਿਟੀ ਹੋਈ ਹੈ ਕਿ ਬਲਕਿ ਜਿਵੇਂ ਕਹਿੰਦੇ ਨਾ ਗੁਰੂ ਸਾਹਿਬ ਦੇ ਅਸੀਂ ਸੁਣਦੇ ਹਾਂ ਜਦ ਸਿੱਖੀ 'ਚ ਜਬ ਜਬ ਬਾਣ ਲੱਗੇ ਤਬ ਤਬ ਰੋਸ ਜਾਗੇ। ਇਹ ਜਿਹੜਾ ਤਸ਼ੱਦਦ ਕਰਿਆ ਪੰਜਾਬ ਸਰਕਾਰ ਨੇ, ਇੱਕ ਤਾਂ ਇਹ ਹੈ। ਦੂਜਾ ਇੱਕ ਇਹਨਾਂ ਨੂੰ ਨਾ ਇਹ ਉਮੀਦ ਨਹੀਂ ਸੀ ਮੇਰੇ ਹਿਸਾਬ ਨਾਲ, ਹਾਲਾਂਕਿ ਇਹ ਹੋਣੀ ਚਾਹੀਦੀ ਸੀ। ਜਦੋਂ ਪਹਿਲਾਂ ਗਵਰਨਰ ਸਾਹਿਬ ਨੂੰ ਮਿਲਣ ਆਉਂਦੇ ਸੀਗੇ ਕੇਂਦਰ ਦੇ ਅਗੇਂਸਟ, ਉਦੋਂ ਵੀ ਇੱਥੇ ਮੁਹਾਲੀ ਕੁੱਟਿਆ ਸੀ ਇਹਨਾਂ ਨੂੰ। ਭਗਵੰਤ ਮਾਨ ਮਿਲਿਆ ਨਹੀਂ ਸੀ, ਕਹਿੰਦੇ ਜੋ ਦਿੱਲੀ ਗਏ ਹੋਏ ਨੇ ਕਿ 2-3 ਦਿਨ ਬਾਅਦ ਮਿਲ ਕੇ ਉਹਨੇ ਸੈਟਲ ਕਰਨਾ ਪਿਆ ਸੀ। ਇਸ ਵਾਰੀ ਤਾਂ ਆਏ ਹੀ ਨਹੀਂ, ਇਸ ਵਾਰੀ ਤਾਂ ਸਾਹਮਣੇ ਪਿਕਚਰ 'ਚ ਹੀ ਨਹੀਂ ਆਏ। ਸੋ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਇੱਕ ਉਹ ਪੰਜਾਬ ਸਰਕਾਰ ਸੀ, ਚੰਗੀ ਸੀ ਜਾਂ ਮਾੜੀ ਸੀ, ਜਿਹੜੀ ਕੇਂਦਰ ਦੇ ਢਹਿ ਨਹੀਂ ਚੜੀ ਸੀ ਉਸ ਵਕਤ। ਕਿਸਾਨਾਂ ਨੂੰ ਉਹਨਾਂ ਨੇ ਨਹੀਂ ਕੁੱਟਿਆ ਸੀ, ਚਾਹੇ ਰੇਲਵੇ ਲਾਈਨਾਂ ਇੱਥੇ ਡਾਂਗ ਨਹੀਂ ਸੀ ਚੱਲੀ। ਇੰਨੇ ਵੱਡੇ ਕਿਸਾਨੀ ਮੋਰਚੇ ਦੇ ਵਿੱਚ ਅਸੀਂ ਇੱਕ ਜਾਨ ਪੰਜਾਬ 'ਚ ਨਹੀਂ ਗਵਾਈ। 750 ਸਾਡਾ ਉੱਥੇ ਸ਼ਹੀਦ ਹੋਇਆ। ਪੂਰੇ ਪੰਜਾਬ ਦੇ ਵਿੱਚ ਰੇਲਵੇ ਲਾਈਨਾਂ 'ਚੋਂ ਬੈਠੇ ਰਹੇ, ਉਹ ਟੋਲ ਪਲਾਜ਼ਿਆਂ 'ਤੇ ਬੈਠੇ ਰਹੇ, ਉਹ ਅੰਬਾਨੀ ਦੇ ਪੰਪਾਂ ਤੇ ਬੈਠੇ ਰਹੇ, ਪੈਟਰੋਲ ਪੰਪਾਂ ਤੇ, ਉਹਨਾਂ ਡਾਂਗ ਨਹੀਂ ਚੱਲੀ। ਇੱਥੇ ਹੁਣ ਡਾਂਗ ਚੱਲੀ ਹੈ, ਨਿੱਕੀ ਜੀ ਗੱਲ ਤੇ ਨਾ ਗੱਲ ਵੀ ਨਹੀਂ, ਇਹਨਾਂ ਨੇ ਕੁਝ ਨਹੀਂ। ਇਹ ਕਹਿੰਦੇ ਅਸੀਂ ਵੱਡਾ ਟੋਲ ਪਲਾਜ਼ਾ NHAI ਦਾ ਹੈ, ਉਹ ਤਾਂ ਰਾਸ਼ਟਰੀ ਟੋਲ ਪਲਾਜ਼ਾ, ਰਾਸ਼ਟਰੀ ਮਾਰਗ ਦਾ, ਉਹ ਤਾਂ ਪੰਜਾਬ ਸਰਕਾਰ ਦਾ ਵੀ ਨਹੀਂ। ਉਹ ਕਹਿੰਦੇ ਜੀ ਅਸੀਂ ਉਹਨੂੰ ਟੋਲ ਫ੍ਰੀ ਕਰਾਉਣਾ ਕਿਉਂਕਿ ਸਾਨੂੰ ਇੱਥੇ ਤਾਂ ਜਾਣ ਨਹੀਂ ਦਿੰਦੇ, ਅਸੀਂ ਪਹਿਲਾ ਕੰਮ ਉੱਥੇ ਕਰ ਲੈਂਦੇ ਹਾਂ। ਉੱਥੇ ਜਾ ਰਹੇ ਸੀ, ਚੰਡੀਗੜ੍ਹ ਆਣਾ ਚਾਹੁੰਦੇ ਸੀ ਕਿ ਸਾਰੇ ਪੰਜਾਬ 'ਚ ਫੜੋ ਫੜਾਈ ਸ਼ੁਰੂ ਕੀਤੀ ਹੋਈ ਸੀ। ਸਾਰੇ ਪੰਜਾਬ 'ਚ ਹੀ ਨਹੀਂ, ਮੈਨੂੰ ਇਹ ਲੱਗਦਾ ਵੀ ਇਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਬਿਲਕੁਲ ਕੇਂਦਰ ਨਾਲ ਰਲ ਕੇ ਹੁਣ ਗੱਲ ਕਰ ਰਹੀ ਹੈ, ਜਦ ਕਿ ਪਹਿਲਾਂ ਉਦੋਂ ਪੰਜਾਬ ਸਰਕਾਰ ਨਹੀਂ ਇਸ ਮਾਮਲੇ 'ਚ ਰਲੀ ਸੀ। ਦੈਟ ਇਜ਼ ਵੈਰੀ ਸਟ੍ਰੇਂਜ। ਮੈਂ ਸੋਚਿਆ ਪੰਜਾਬ ਸਰਕਾਰ ਬਣਾਈ ਕਿਸਾਨ ਅੰਦੋਲਨ ਨੇ। ਨਾ ਚੰਡੀਗੜ੍ਹ ਦੇ ਵਿੱਚ, ਹਰਿਆਣੇ 'ਚ ਤੇ ਪੰਜਾਬ 'ਚ ਡਾਂਗ ਪੂਰੀ ਚਲਾਉਣ ਦੀ ਸਕੀਮ ਰਹੀ। ਇਹ ਗੱਲ ਠੀਕ ਹੈ ਜੀ, ਸਰਕਾਰ ਤੇ ਕਿਸਾਨ ਅੰਦੋਲਨ ਨੇ ਬਣਾਈ ਹੈ, ਪੰਜਾਬ ਸਰਕਾਰ ਆਊਟਕਮ ਹੈ ਕਿਸਾਨ ਅੰਦੋਲਨ ਦੀ। ਇਹ ਬਹੁਤ ਵੱਡੀ ਲੋਕਾਂ ਨੂੰ ਸ਼ੰਕਾ ਆ ਤੇ ਚਰਚਾ ਵੀ ਹੈ ਤੇ ਕਿਸਾਨ ਵੀ ਇਸ ਗੱਲ ਦੇ ਉੱਤੇ ਕਿਸੇ ਤਰੀਕੇ ਨਾਲ ਡਿਸਕਸ ਕਰ ਰਹੇ ਆ, ਸੋਚ ਰਹੇ ਆ ਕਿ ਅਸੀਂ ਆ ਤੇ ਰਹੇ ਸੀਗੇ ਚੰਡੀਗੜ੍ਹ ਦੇ ਉੱਥੇ ਮੁਜ਼ਾਹਰਾ ਕਰਨ ਔਰ 16 ਯੂਨੀਅਨਾਂ ਸੀ ਤੇ 50,000 ਕਰੋੜ ਰੁਪਈਆ ਕੇਂਦਰ ਤੋਂ ਮੰਗਣਾ ਸੀ ਤੇ MSP ਕੇਂਦਰ ਦੇ ਨਾਲ ਸੀ। ਸਾਡੀ ਪੰਜਾਬ ਗੌਰਮੈਂਟ ਨਾਲ ਤੇ ਕੋਈ ਉਸ ਕਿਸਮ ਦੀ ਵਿਰੋਧਤਾ ਨਹੀਂ ਸੀ। ਜੋ ਪੰਜਾਬ ਗੌਰਮੈਂਟ ਰੋਜ਼ ਅਨਾਉਂਸ ਕਰਦੀ ਆ ਉਸੇ ਤੇ ਅਸੀਂ ਮੋਹਰ ਲਵਾਉਣੀ ਤੇ ਉਹਨੂੰ ਐਕਸਪੀਡਾਈਟ ਕਰਾਉਣਾ ਸੀ, ਉਹ ਤੇ ਕੋਈ ਨਵੀਂ ਗੱਲ ਸੀਗੀ ਨਹੀਂ। ਇਹਨਾਂ ਨੇ ਜਿਸ ਕਿਸਮ ਦੀ 2 ਦਰਜਨਾਂ ਸੜਕਾਂ ਤੇ ਮੋਰਚਾਬੰਦੀ ਕੀਤੀ ਜਿਵੇਂ ਪਾਕਿਸਤਾਨ ਨੇ ਹਮਲਾ ਕਰਨਾ ਹੋਵੇ, ਹੱਦ ਹੋ ਗਈ। ਤੁਸੀਂ ਦੇਖਿਆ ਤੇ ਸਹੀ ਜਾ ਕੇ, ਮੈਂ ਤੇ ਦੇਖਿਆ ਜਾ ਕੇ, ਤੁਸੀਂ ਉਹ TV ਤੇ ਵੀ ਦਿਖਾਇਆ ਗਿਆ। ਇਸ ਲਈ ਇਸ ਗੱਲ ਦਾ ਪੰਜਾਬ ਗੌਰਮੈਂਟ ਵੱਲੋਂ ਇੰਨਾ ਡਰ ਪੈਦਾ ਕਰ ਦੇਣਾ, ਇਹ ਸਮਝਣਾ ਕਿ ਇਹ ਯੂਨੀਅਨ ਟੈਰੀਟਰੀ ਜਿਹੜੀ ਹੈ ਪੰਜਾਬ ਹਰਿਆਣੇ ਦਾ ਹਿੱਸਾ ਨਹੀਂ, ਇਹ ਕੇਂਦਰ ਦਾ ਇੱਕ ਕਿਲਾ ਆ ਔਰ ਇਸ ਕਿਲੇ ਨੂੰ ਚਾਰੋਂ ਪਾਸੋਂ ਘੇਰ ਕੇ ਕਿਵੇਂ ਬਚਾਉਣਾ, ਇਹ ਮੈਸੇਜ ਗਿਆ। ਇਸ ਕਰਕੇ ਜਿਹੜੇ ਕਿਸਾਨ ਆ ਉਹਨਾਂ ਨੇ ਇਹ ਸੋਚਣਾ ਸ਼ੁਰੂ ਕਰਤਾ ਵੀ ਇਹ ਕੇਂਦਰ ਦੇ ਬਿਹਾਫ ਤੇ ਇੰਨੀ ਮੋਰਚਾਬੰਦੀ ਪੰਜਾਬ ਗੌਰਮੈਂਟ ਵੱਲੋਂ, ਇਹ ਇੱਕ ਅਲੱਗ ਸੋਚਣ ਵਾਲੀ ਗੱਲ ਜ਼ਰੂਰ ਬਣੀ ਆ। ਹੁਣ ਇਹ ਗੱਲ ਨੂੰ ਭਗਵੰਤ ਮਾਨ ਨੂੰ ਨਹੀਂ ਕਿਵੇਂ ਐਕਸਪਲੇਨ ਕਰਦੇ, ਕਿੱਦਾਂ ਅਫੋਰਡ ਕਰਨਗੇ ਜਿਹੜੀ ਸਰਕਾਰ ਨੂੰ ਕਲੀਅਰਲੀ ਲੋਕ ਵੀ ਇਦਾਂ ਸਮਝਦੇ ਹੋਣ ਕਿ ਇਹ ਕਿਸਾਨ ਅੰਦੋਲਨ ਦੀ ਆਊਟਕਮ ਹੈ। ਇਹ ਮੇਨਸਟ੍ਰੀਮ ਪੋਲੀਟੀਕਲ ਪਾਰਟੀਆਂ ਨੂੰ ਲੋਕਾਂ ਨੇ ਜੇ ਨਕਾਰਿਆ ਤੇ ਇਸ ਲਈ ਕਿ ਕਿਸਾਨ ਅੰਦੋਲਨ ਤੋਂ ਉਹਨਾਂ ਨੇ ਕੁਝ ਸਬਕ ਸਿੱਖੇ ਸੀ ਤੇ ਉਹਨਾਂ ਨੇ ਕਿਹਾ ਸੀ ਅੱਛਾ ਇਹ ਲੋਕ ਸਰਕਾਰ ਨਾਲ ਜੁੜੇ ਲੱਗਦੇ ਨੇ, ਨਾਲੇ ਨਵੇਂ ਬੰਦੇ ਨੇ, ਬੇਲਾਗ ਹੋਣਗੇ, ਲਗੇਜ ਨਹੀਂ ਨਾਲ ਲੈ ਕੇ ਆਏ, ਤੇ ਉਹ ਹੁਣ ਇਹਨਾਂ ਦੇ ਜੇ ਡਾਂਗਾ ਮਾਰ ਰਹੀ ਹੈ ਉਹ ਪੋਲੀਟੀਕਲੀ ਕਿੱਦਾਂ ਅਫੋਰਡ ਕਰ ਰਹੇ ਨੇ। ਬਿਲਕੁਲ ਇਸ ਗੱਲ ਦਾ। ਦੂਸਰੀ ਗੱਲ ਤੁਸੀਂ ਬਿਲਕੁਲ ਠੀਕ ਕਿਹਾ, ਉਹ ਤੇ ਕੈਪਟਨ ਦੀ ਸਰਕਾਰ ਸੀਗੀ, ਹਾਲਾਂਕਿ ਉਹਦਾ ਵੀ ਕਿੰਨਾ ਅੱਖ ਮਟੱਕਾ ਚੱਲਦਾ ਸੀ ਕੇਂਦਰ ਦੇ ਨਾਲ, ਉਹ ਕੋਈ ਬਿਲਕੁਲ ਐਉਂ ਨਹੀਂ ਸੀ, ਇਹਨਾਂ ਨਾਲੋਂ ਜ਼ਿਆਦਾ ਹੀ ਚੱਲਦਾ ਸੀ। ਓਪਨਲੀ ਪਤਾ ਵੀ ਬਾਅਦ ਅੱਖ ਮਟੱਕਾ ਬਾਹਰ ਆ ਗਿਆ, ਚਲੋ ਉਹਨੂੰ ਬਾਹਰ ਹੀ ਆ ਗਿਆ, ਜਿਹੜਾ ਅੰਦਰ ਵਾਲੀ ਸੀ ਬਾਹਰ ਆ ਗਈ। ਪਰ ਉਹਦੇ ਬਾਵਜੂਦ ਵੀ ਉਹਨੇ ਬਿਲਕੁਲ ਉਂਗਲੀ ਨਹੀਂ ਕੀਤੀ, ਸਗੋਂ ਰਾਦਰ ਅਸੈਂਬਲੀ ਦੇ ਵਿੱਚ ਤੁਹਾਨੂੰ ਪਤਾ ਰਿਜ਼ੋਲਵ ਕੀਤਾ ਕਿ ਤੁਸੀਂ ਤਕੜੇ ਹੋ ਕੇ, ਅਸੈਂਬਲੀ ਨੇ ਬਕਾਇਦਾ ਮਤਾ ਪਾਸ ਕੀਤਾ ਉਸ ਵੇਲੇ ਬਿੱਲਾਂ ਨੂੰ ਰਿਜੈਕਟ ਕਰਦੇ ਹੋਏ। ਇਸ ਲਈ ਜਿਹੜਾ ਇਹਨਾਂ ਨੇ ਕਰ ਦਿਖਾਇਆ ਨਾ, ਇੱਕ ਬੰਦਾ ਜਿਹੜਾ ਪੰਜਾਬ ਸਰਕਾਰ ਨੇ ਜੋ ਕੀਤਾ, ਉਸ ਤੋਂ ਬਿਨਾਂ ਵੀ ਮੈਂ ਓਵਰਆਲ ਜਿਹੜੀ ਫਾਰਮ ਮੂਵਮੈਂਟ ਹੈ ਔਰ ਖਾਸ ਤੌਰ ਤੇ ਫਾਰਮਰਸ ਤੇ ਮਜ਼ਦੂਰਾਂ ਦੇ ਸਬੰਧ ਨੇ, ਸਾਡੇ ਪਿੰਡਾਂ ਦੇ ਵਿੱਚ ਜਿਹੜਾ ਨੈਰੇਟਿਵ ਬਹੁਤ ਵੱਡਾ ਨੈਰੇਟਿਵ ਬਣ ਜਾਣਾ ਚਾਹੀਦਾ ਸੀਗਾ, ਅਸੀਂ ਬਹੁਤ ਮੈਸਿਵ ਚੀਜ਼ਾਂ, ਮੈਸਿਵ ਇੰਪਰੂਵਮੈਂਟਸ ਦੇਖਣੀਆਂ ਚਾਹ ਰਹੇ ਸੀਗੇ, ਉਹ ਸਭ ਕੁਝ ਰੂਪਮਾਨ ਨਹੀਂ ਹੋਇਆ। ਹੁਣ ਅਸੀਂ ਜਿਵੇਂ ਜਿਵੇਂ ਅੱਗੇ ਵਧਾਂਗੇ, ਸਤੰਬਰ ਦੇ ਵਿੱਚ, ਅਕਤੂਬਰ, ਨਵੰਬਰ ਦੇ ਵਿੱਚ ਅਸੀਂ ਇਹ 3 ਸਾਲਾ ਐਨਵਰਸਰੀ ਉਸ ਵੱਡੀ ਤਰੀਕ ਦੀ ਜਦੋਂ ਮਨਾਣੀ ਹੈ ਤੇ ਇਟਸ ਟਾਈਮ ਕਿ ਅਸੀਂ ਆਪਣੇ ਅੰਦਰ ਝਾਤ ਮਾਰੀਏ ਤੇ ਦੇਖੀਏ ਕਿ ਜਿਨ੍ਹਾਂ ਰਾਹਾਂ ਤੇ ਅੱਜ ਚੱਲੇ ਆ ਸਾਨੂੰ ਤਾਂ ਠੀਕ ਰਾਹ ਪਤਾ ਸੀ, ਭਟਕੇ ਕਿੱਦਾਂ। ਵਿਲ ਟਾਕ ਮੋਰ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਕਿਸਾਨ ਅੰਦੋਲਨ ਦੇ 3 ਸਾਲਾਂ ਦੀ ਜਿਹੜੀ ਐਨਵਰਸਰੀ ਹੈ ਉਹ ਆ ਰਹੀ ਹੈ। ਅਸੀਂ ਆਲਮੋਸਟ ਉਸ ਦੌਰ ਵਿੱਚੋਂ ਲੰਘ ਰਹੇ ਹਾਂ ਜਦੋਂ 2020 ਦੇ ਇਹਨਾਂ ਦਿਨਾਂ ਦੇ ਵਿੱਚ ਅੰਦੋਲਨ ਇੱਥੋਂ ਉੱਠ ਰਿਹਾ ਸੀ, ਮਗਨ ਵਾਲਾ ਸੀ
ਤੇ ਨਵੰਬਰ ਦਾ ਉਹ ਦਿਨ ਦੇਖਣਾ ਸੀ ਜਦੋਂ ਬੈਰੀਕੇਡਾਂ ਤੋੜ ਪੰਜਾਬ ਤੇ ਹਰਿਆਣੇ ਦੇ ਨੌਜਵਾਨ ਜਫੀਆਂ ਪਾ ਤੇ ਹਕੂਮਤ ਨੂੰ ਗਿਰੇਬਾਨ ਤੋਂ ਫੜਨ ਦਿੱਲੀ ਜਾ ਪਹੁੰਚੇ ਸਨ। ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਿਲ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਤੇ ਡਾਕਟਰ ਪਿਆਰੇ ਲਾਲ ਗਰਗ ਜੀ। ਡਾਕਟਰ ਗਰਗ, ਅਸੀਂ ਜਦੋਂ ਕਿਸਾਨ ਅੰਦੋਲਨ ਦੇ ਹਾਸਲ ਦੇਖਦੇ ਆ ਨਾ, ਜਦੋਂ ਜਿੱਤ ਦੇ ਦਮਾਮੇ ਵਜਾਉਂਦੇ ਲੋਕ ਵਾਪਸ ਆਏ ਸੀ, ਇਹ ਸੀਗੀ ਦਸੰਬਰ 2021, 11 ਦਸੰਬਰ 2021 ਨੂੰ, ਤੇ ਲੋਕਾਂ ਨੂੰ ਇਹ ਲੱਗਦਾ ਸੀ ਵੀ ਹਾਸਲ ਇਹ ਹੈ ਵੀ ਅਸੀਂ 3 ਖੇਤੀ ਕਾਨੂੰਨ ਜਿਹੜੇ ਨੇ ਕਾਲੇ ਕਾਨੂੰਨ ਉਹ ਵਾਪਸ ਕਰਵਾ ਦਿੱਤੇ ਨੇ। ਉਹ ਉਸ ਤੋਂ ਬਾਅਦ ਇੱਕ ਐਜੂਕੇਸ਼ਨ ਦਾ ਦੌਰ ਚੱਲਣਾ ਸੀ ਕਿ ਭਾਈ ਕਿਸਾਨ ਅੰਦੋਲਨ ਸਿੰਘੂ ਟੀਕਰੀ ਤੋਂ ਖਤਮ ਹੋਇਆ ਹੈ, ਹਾਸਲ ਅੱਜ ਵੀ ਨਿਕਲ ਰਹੇ ਨੇ, ਉਹਦੇ ਜਿਹੜੇ ਨਤੀਜੇ ਨੇ, ਜਿਹੜੇ ਸਾਨੂੰ ਉਹਦੇ ਚ ਫਾਇਦੇ ਨੇ, ਉਹ ਅੱਜ ਵੀ ਲਗਾਤਾਰ ਮਿਲ ਰਹੇ ਨੇ। ਆ ਪੰਜਾਬ ਨੇ ਹੜ੍ਹ ਦੇਖੇ ਨੇ, ਹੜ੍ਹਾਂ ਦੇ ਵਿੱਚ ਲੋਕ ਉਮੜ ਕੇ ਇੱਕ ਦੂਜੇ ਲਈ ਆ ਗਏ। ਲੋਕਾਂ ਨੇ ਸਰਕਾਰ ਦਾ ਇੰਤਜ਼ਾਰ ਨਹੀਂ ਕੀਤਾ ਵੀ ਸਰਕਾਰੀ ਕਿਸ਼ਤੀ ਆਣੀ ਕਿ ਨਹੀਂ। ਅਗਲਾ ਕਹਿੰਦਾ ਗੁਆਂਢੀ ਆ ਰਿਹਾ, ਗੁਆਂਢ ਦਾ ਪਿੰਡ ਆ ਰਿਹਾ ਭੱਜ ਕੇ, ਸ਼ਹਿਰ ਪਿੰਡ ਨੂੰ ਪਹੁੰਚ ਰਿਹਾ ਕਿ ਅਸੀਂ ਕਿੱਥੇ ਮਦਦ ਕਰ ਸਕਦੇ ਹਾਂ। ਇਹ ਤਾਂ ਸਾਰੀ ਅਵੇਅਰਨੈਸ, ਇਹ ਕਿਸਾਨ ਅੰਦੋਲਨ ਦੀ ਅਵੇਅਰਨੈਸ ਹੈ, ਇਹ ਉਹਦੇ ਵਿੱਚੋਂ ਨਿਕਲ ਕੇ ਆਈ ਹੈ। ਜੇ ਰੈਸਲਰਸ ਦਿੱਲੀ ਦੇ ਵਿੱਚ ਲੜ ਰਹੇ ਨੇ ਤੇ ਉੱਥੇ ਭੱਜ ਕੇ ਕਿਸਾਨ ਪਹੁੰਚਦਾ, ਇਹ ਕਿਸਾਨ ਅੰਦੋਲਨ ਦੀ ਦਿੱਤੀ ਹੋਈ ਸਮਝ ਹੈ। CA NRC ਜਿਹੜਾ ਉਹ ਸਿਰਫ ਪੈਰਲਲ ਚੱਲ ਰਹੇ ਸੀਗੇ, ਇਹ ਉਹ ਅੰਦੋਲਨੀ ਸਮਝ ਸੀਗੀ। ਸਾਨੂੰ ਤੇ ਉਹਦੇ ਸਿੱਟੇ ਅੱਜ ਤੱਕ ਲਗਾਤਾਰ ਮਿਲ ਰਹੇ ਨੇ। ਕਿਸਾਨ ਅੰਦੋਲਨ ਨੇ ਇਹ ਵਾਲੀ ਜਿਹੜੀ ਲੋਕ ਐਜੂਕੇਸ਼ਨ ਹੈ, ਲੋਕਾਂ ਦੀ ਸਮਝ ਸਾਜ਼ੀ ਹੈ, ਇਸ ਨੂੰ ਲਗਾਤਾਰ ਜਾਰੀ ਰੱਖਣਾ ਸੀ। ਉਹਦੀ ਬਜਾਏ ਅਸੀਂ ਕਿਸਾਨ ਅੰਦੋਲਨ ਨੂੰ ਟੁੱਟਦਿਆਂ ਭੁਰਦਿਆਂ ਦੇਖ ਰਹੇ ਹਾਂ। ਤੁਸੀਂ ਇਹਨੂੰ ਲੀਡਰਸ਼ਿਪ ਦੀ ਨਾਕਾਬਲੀਅਤ, ਨਾ ਅਹਿਲੀਅਤ ਮੰਨਦੇ ਹੋ, ਤੇ ਉਹਨਾਂ ਨੂੰ ਨਾਅਹਿਲ ਕਿੱਦਾਂ ਮੰਨੀਏ ਜਿਹੜੇ ਐਡੀ ਵੱਡੀ ਜੰਗ ਜਿੱਤ ਕੇ ਆ ਗਏ ਨੇ। ਵੇਅਰ ਡਿਡ ਵੀ ਗੋ ਰੋਂਗ? ਮੈਂ ਇਸ ਨੂੰ ਜਿਵੇਂ ਹੁਣ ਤੁਸੀਂ ਪਹਿਲਾਂ ਹੀ ਕਿਹਾ, ਇਹ ਗਦਰ ਮੂਵਮੈਂਟ ਦਾ ਮੈਂ ਸਾਰਾ ਇਤਿਹਾਸ ਜਦ ਐਨ ਚੰਗਾ ਮੁਤਾਲੇ ਕਰਦੇ ਹੋਏ, ਗਦਰ ਭਾਵੇਂ 21 ਨਵੰਬਰ 21 ਫਰਵਰੀ 2015 ਨੂੰ ਹੋਣਾ ਸੀ, 1915 ਨੂੰ, ਪਰ ਉਹ 19 ਨੂੰ ਕਰਿਆ ਗਿਆ, ਤੇ ਇਸ ਕਰਕੇ ਵੀ ਇਹ ਮਤਲਬ ਪਤਾ ਲੱਗਿਆ ਸੀ ਵਿੱਚ ਦੀ ਬੰਦੇ ਸੀ ਉਹ ਇੰਨੀਆਂ ਇਕੱਠੀਆਂ 25-26 ਛਾਉਣੀਆਂ 'ਚ ਹੋਣਾ ਸੀ। ਇਹਦੇ ਬਾਵਜੂਦ ਉਸ ਤੋਂ ਬਾਅਦ ਉਹ ਗਦਰ ਮੂਵਮੈਂਟ ਦੇ ਹਾਰਨ ਦੇ ਬਾਵਜੂਦ ਹੌਲੀ ਹੌਲੀ ਉਹ ਇਕੱਠੇ ਹੁੰਦੇ ਗਏ। ਜਿਹੜੇ ਭਗਤ ਸਿੰਘ ਹੋਰੀ ਨੇ, ਜਿਹੜੇ ਸ਼ਹੀਦ ਊਧਮ ਸਿੰਘ ਨੇ, ਹੁਣ ਤਾਂ ਅੱਜ ਤੱਕ ਅਖਬਾਰ 'ਚੋਂ ਜਿਹੜੇ ਇਹਦੇ ਅੰਗੂਠੇ ਨਿਸ਼ਾਨਾਂ ਦੀ ਹੈ ਉਹ ਵੀ ਆਈ। ਮੈਂ ਜਤਿੰਦਰਜੀਤ ਬਹੁਤ ਸੀਨੀਅਰ ਪੱਤਰਕਾਰ ਨੇ ਦੀ ਰਿਪੋਰਟ ਜਦ 1940 'ਚ ਉਹਨਾਂ ਨੂੰ ਹੋਇਆ ਸਾਰਾ ਕਾਂਡ, ਉਦੋਂ ਇੱਥੋਂ ਲੈ ਕੇ ਗਏ ਨੇ ਜੀ। ਸੋ ਉਹ ਸਾਰਾ ਮੂਵਮੈਂਟ ਕਿਸੇ ਨਾ ਕਿਸੇ ਗਦਰ ਦੀ ਗੂੰਜ ਉਹਦੇ ਕੋਲੋਂ ਲੱਭੀ ਹੈ, ਸ਼ਹੀਦ ਊਧਮ ਸਿੰਘ ਕੋਲੋਂ ਰਿਕਵਰ ਹੋਈ। ਗਦਰ ਦੀ ਗੂੰਜ ਅਖਬਾਰ ਤਾਂ ਇਹਨਾਂ ਨੇ ਉਦੋਂ ਸ਼ੁਰੂ ਕਰ ਸੀ। ਸੋ ਮੈਂ ਇਹ ਦੇਖ ਰਿਹਾ ਸੀ ਈਵਨ 216 ਦੇ ਵਿੱਚ, 1916 ਚ ਜਦ ਫੇਲ ਹੋ ਚੁੱਕੇ ਸੀ ਮੂਵਮੈਂਟ, ਉਦੋਂ 10 ਲੱਖ ਗਦਰ ਦੀ ਗੂੰਜ ਛਪਦੀ ਸੀ। 10 ਲੱਖ ਉਸ ਜ਼ਮਾਨੇ ਚ, ਜਦ ਇਹਨੂੰ ਭੇਜਣਾ ਵੀ ਔਖਾ ਸੀ। ਲਿਟਰੇਸੀ ਰੇਟ ਕੀ ਸੀ ਤੇ ਡਿਸੈਮੀਨੇਸ਼ਨ ਚੈਨਲਸ ਕੀ ਸੀਗੇ। ਇਸ ਨੂੰ ਮੈਂ ਜਦ ਇੱਥੇ ਕਿਸਾਨ ਅੰਦੋਲਨ ਨਾਲ ਦੇਖਦਾ ਤਾਂ ਮੈਂ ਇਹਦੀਆਂ ਪ੍ਰਾਪਤੀਆਂ ਨੂੰ, ਇਹਦੇ ਨੈਗੇਟਿਵ ਹੈਗੇ ਨੇ, ਨੈਗੇਟਿਵ ਦੱਸਣੇ ਬਣਦੇ ਨੇ ਜੋ ਤੁਸੀਂ ਦੱਸ ਹੀ ਰਹੇ ਹੋ। ਸੋ ਮੈਂ ਇਹਦੀਆਂ ਪ੍ਰਾਪਤੀਆਂ ਦੇ ਵਿੱਚ ਇੱਕ ਤੁਸੀਂ ਕਿਹਾ ਰੈਸਲਰ ਅੰਦੋਲਨ ਦੇ ਵਿੱਚ ਗਏ, ਇੱਕ ਤੁਸੀਂ ਦੱਸਦਾ ਵੀ ਜਿਹੜਾ ਸ਼ਹੀਨ ਬਾਗ ਦਾ ਅੰਦੋਲਨ ਸੀ, ਇੱਕ ਜੇ ਅਸੀਂ ਦੇਖੀਏ ਇਹ ਕਿਸਾਨ ਅੰਦੋਲਨ ਦਾ ਅਸਰ ਸੀ ਕਿ ਜਦ ਹੁਣ ਵਿਵਾਦ ਦੇ ਵਿੱਚ ਉਹਦੇ ਵਿੱਚ ਹੋਇਆ, ਜਾਟ ਲੜਨ ਨਹੀਂ ਗਿਆ, ਤੁਰ ਪਏ ਵੀ ਨਹੀਂ ਅਸੀਂ ਕਿਸਾਨ ਤੁਰ ਪਏ ਤੇ ਜਾਟ ਨੇ ਕਿਹਾ ਮੈਂ ਇਹ ਹਿੰਦੂ ਮੁਸਲਿਮ ਦੀ ਲੜਾਈ ਦਾ ਹਿੱਸਾ ਨਹੀਂ ਹੈਗਾ। ਹਿੰਦੂ ਮੁਸਲਿਮ ਦੀ ਬਿਲਕੁਲ ਇਦਾਂ ਹੀ ਉਹ ਪਹਿਲਵਾਨ ਅੰਦੋਲਨ ਚ ਉਹ ਹਿੰਦੂ ਕੁੜੀਆਂ ਸੀ, ਉਹਨਾਂ ਕਹਿੰਦਾ ਰਾਜਪੂਤ ਨੇ, ਉਹਨਾਂ ਕਿਹਾ ਬ੍ਰਾਹਮਣ ਬਾਣੀਏ ਸਭ ਜਾਟ ਤੁਰ ਪਏ। ਸੋ ਇੱਕ ਤਾਂ ਇਹ ਪੋਜ਼ਿਟਿਵਿਟੀ ਹੈ ਇਹਦੀ। ਦੂਜੀ ਪੋਜ਼ਿਟਿਵਿਟੀ ਇਹਦੀ ਇਹ ਹੈ ਵੀ ਹੁਣ ਅੱਗੇ ਹੁੰਦਾ ਮੰਗਾਂ ਇਸ ਲੈਵਲ ਤੇ ਆ ਕੇ ਰਹਿ ਜਾਂਦੀਆਂ ਸੀ ਵੀ ਸਾਡਾ ਜੀ ਹੁਣ ਆਹ ਦੇ ਦਿਓ, ਜਿਵੇਂ ਆਹੀ ਆਪਾਂ ਮੁਆਵਜ਼ੇ ਦੀ ਗੱਲ ਕਰਾਂਗੇ, ਕੋਈ ਇਹਨੂੰ ਐਂ ਪੇਸ਼ ਕਰ ਸਕਦਾ ਕਿ ਜੋ ਕਿਸਾਨ ਦੇ ਬੱਚੇ ਨੂੰ ਨੌਕਰੀ ਮਿਲੂ, ਕਿਸੇ ਕਰਦੇ ਨੂੰ ਉਹਨਾਂ ਨੂੰ 10 ਲੱਖ ਦੇ ਤਾਂ ਜਿਹੜੇ ਸੱਟਾਂ ਸੁੱਟਾਂ ਲੱਗੀਆਂ ਨਹੀਂ। ਇਸ ਗੱਲ ਦੇ ਉੱਤੇ ਨਹੀਂ, ਉਹਨਾਂ ਦਾ ਇਹ ਹੈ ਵੀ ਜਿੰਨੇ ਟੋਟਲ ਕੇਸ ਬਣੇ ਹੋਏ ਨੇ ਉਹ ਵਾਪਸ ਲਓ। ਸਾਡੇ ਜਾਨ ਦਾ ਅਧਿਕਾਰ ਉਹ ਅਜੇ ਵੀ ਐਕਸਰਸਾਈਜ਼ ਕਰਨ ਨੂੰ ਫਿਰਦੇ ਨੇ। ਉਹਦੇ ਵਿੱਚ ਇਹ ਹੈ ਕਿ ਕਿਸਾਨਾਂ ਦੀ ਮੂਵਮੈਂਟ ਇੱਕ ਵਾਰ ਜਦ ਕਾਂਗ ਚੜ ਜਾਂਦੀ ਹੈ, ਆਪਾਂ ਉਹ ਵੀ ਦੇਖਦੇ ਕੁਦਰਤੀ ਵਰਤਾਰਾ ਇਹ ਜਵਾਰ ਪਾੜਾ ਇੱਕ ਵਾਰੀ ਉੱਤੇ ਚੜਦਾ ਫਿਰ ਥੱਲੇ ਆਉਂਦਾ। ਜਿਹੜਾ ਤੁਸੀਂ ਮੰਗਾਂ ਦਾ ਸਰਕਲ ਡਰਾ ਕੀਤਾ ਨਾ ਕਿ ਹੁਣ ਡਿਮਾਂਡ ਛੋਟੀ ਹੋ ਜਾਂਦੀ ਹੈ। ਦੇਖੋ ਕਿਸਾਨ ਮੂਵਮੈਂਟ ਕਹਿਣ ਨੂੰ ਅਸੀਂ 3 ਖੇਤੀ ਬਿੱਲ ਵਾਪਸ ਕਰਵਾਉਣ ਗਏ ਸੀ, ਪਰ ਉੱਥੇ ਜਾ ਕੇ ਦੇਖੋ ਉਹਨਾਂ ਨੇ ਆਰਕ ਕਿੱਡੀ ਵੱਡੀ ਬਣਾਈ ਹੋਈ, ਨਿਓ ਲਿਬਰਲ ਪਾਲਿਸੀਜ਼ ਤੋਂ ਲੈ ਕੇ ਪ੍ਰਾਈਵੇਟਾਈਜੇਸ਼ਨ ਆਫ ਐਜੂਕੇਸ਼ਨ, ਦਿਸ ਦੈਟ, ਮਾਫੀਆ ਕਲਚਰ, ਉਹ ਤਮਾਮ ਨੂੰ ਉਹਨਾਂ ਨੇ ਆਪਣੀ ਵਲਗਣ ਵਿੱਚ ਲੈ ਲਿਆ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਇਹ ਨਿਓ ਲਿਬਰਲ ਕੈਪੀਟਲ ਕਿਵੇਂ ਕਿਸਾਨ ਨੂੰ ਮਾਰ ਰਹੀ ਹੈ, ਸ਼ਹਿਰੀ ਗਰੀਬ ਨੂੰ ਮਾਰ ਰਹੀ ਹੈ, ਮਿਡਲ ਕਲਾਸ ਨੂੰ ਮਾਰ ਰਹੀ ਹੈ, ਦੇਸ਼ ਦੇ ਸਰੋਤਾਂ ਤੇ ਕਬਜ਼ਾ ਕਰ ਰਹੀ। ਸੋ ਸਾਡਾ ਇਹ ਦਾਇਰਾ ਵਸੀ ਹੋਣਾ ਸੀ। ਉੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਹੁਣ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਨੇ, ਬੇਜ਼ਮੀਨੇ ਮਜ਼ਦੂਰ ਦਾ ਤੇ ਕਿਸਾਨ ਦਾ ਰਿਸ਼ਤਾ, ਇਹ ਬਦਲੇਗਾ, ਇਹਦੇ ਬਾਰੇ ਗੱਲ ਹੋਏਗੀ, ਇਹ ਬਹਿਸਾਂ ਦਾ ਹਿੱਸਾ ਹੋਵੇਗਾ। ਤੁਹਾਨੂੰ ਪਤਾ ਕਿ ਜਿਹੜੀ ਲੈਫਟ ਦੀ ਇੱਕ ਕੰਸਿਸਟੈਂਟ ਇਹਦੇ ਬਾਰੇ ਬਹਿਸ ਰਹੀ ਹੈ ਕਿ ਅਸੀਂ ਇਸ ਮੂਵਮੈਂਟ ਨੂੰ ਤਰੀਕ ਨੂੰ ਚਲਾਈਏ ਇਕੱਠੇ ਕਿਵੇਂ। ਜੇ ਮਜ਼ਦੂਰਾਂ ਨੂੰ ਬੁਲਾਉਂਦੇ ਆ ਤੇ ਉਹਨਾਂ ਦੇ ਹਿੱਤ ਪੀਜ਼ੈਂਟਸ ਦੇ ਹਿੱਤਾਂ ਦੇ ਨਾਲ, ਕਿਸਾਨਾਂ ਦੇ ਹਿੱਤਾਂ ਨਾਲ ਟਕਰਾ ਜਾਂਦੇ ਨੇ, ਇਸ ਲਈ ਤਰੀਕਾਂ ਨੂੰ ਇਕੱਠੇ ਕਿਵੇਂ ਚਲਾਈਏ। ਉਹ ਜਿਹੜੀ ਸਾਰੀ ਥਿਊਰੀ ਦੀ ਕਨਫਲਿਕਟ ਸੀ
ਉਹ ਪ੍ਰੈਕਟੀਕਲ ਨੇ ਉਲਟਾ ਕੇ ਦਿਖਾ ਦਿੱਤੀ। ਮਤਲਬ ਸਮਟਾਈਮਸ ਉਹ ਕਹਿੰਦੇ ਹੁੰਦੇ ਨਾ ਪ੍ਰਭਾਤ ਪਟਨਾਇਕ ਵੀ ਖੂਬਸੂਰਤੀ ਇਹ ਹੁੰਦੀ ਹੈ ਲੋਕ ਤਹਿਰੀਕਾਂ ਦੀ ਕਿ ਤੁਹਾਡੀ ਥਿਊਰੀ ਉਲਟਾ ਕੇ ਦਿਖਾ ਦਿੰਦੀਆਂ, ਇੱਕ ਨਵਾਂ ਮੁਜੱਸਮਾ ਪੈਦਾ ਕਰ ਦਿੰਦੀਆਂ। ਉਹ ਫਿਰ ਗਾਇਬ ਹੋ ਗਿਆ। ਸਾਡੇ ਪਿੰਡਾਂ ਦੇ ਵਿੱਚ ਕਿਧਰੇ ਉਹ ਨੇੜਤਾਵਾਂ ਨਹੀਂ ਦਿਖਾਈ ਦੇ ਰਹੀਆਂ। ਅੱਜ ਵੀ ਮਜ਼ਦੂਰ ਜਥੇਬੰਦੀਆਂ ਆਪਣੇ ਆਪ ਨੂੰ ਉਸ ਤਰੀਕੇ ਨਾਲ ਆਰਗੇਨਾਈਜ਼ ਨਹੀਂ ਕਰ ਪਾ ਰਹੀਆਂ, ਉਹਨਾਂ ਦੀ ਆਵਾਜ਼ ਹਾਲੇ ਵੀ ਨਹੀਂ ਆ। ਉਹਨਾਂ ਨੂੰ ਵੀ ਭਗਵੰਤ ਮਾਨ ਕੋਈ ਸਮਾਂ ਨਹੀਂ ਦਿੰਦਾ, ਬਾਰ-ਬਾਰ ਬੁਲਾਉਂਦਾ ਹੈ, ਬਾਰ-ਬਾਰ ਹਿਊਮਿਲੇਟ ਕਰਦੇ ਨੇ। ਤੇ ਕਿਸਾਨ ਮੂਵਮੈਂਟ ਤੇ ਮਜ਼ਦੂਰ ਮੂਵਮੈਂਟ ਇਕੱਠੀਆਂ ਲੜਨਗੀਆਂ, ਹੁਣੇ ਕਿਧਰੇ ਦੁਬਾਰਾ ਨਜ਼ਾਰੇ ਨਜ਼ਰ ਨਹੀਂ ਆ ਰਹੇ। ਦੋ ਤਿੰਨ ਗੱਲਾਂ ਇਹਦੇ ਵਿੱਚ ਮੈਂ ਇੱਕੋ ਨਹੀਂ ਬਿਲਕੁਲ ਨਹੀਂ, ਇੱਕ ਦੋ ਗੱਲਾਂ ਜਿਹੜੀਆਂ ਤੁਹਾਡੀਆਂ ਬਾਰ-ਬਾਰ ਆ ਰਹੀਆਂ ਉਹਦੇ 'ਚ ਜ਼ਰੂਰੀ ਪੁਆਇੰਟ ਆਊਟ ਕਰਨਾ। ਪਹਿਲੀ ਗੱਲ ਕਿ ਉਹਦਾ ਲੈਵਲ ਡਿਸਕਸ਼ਨ ਦਾ ਕਿੱਥੇ ਤੱਕ ਚਲਾ ਗਿਆ ਸੀ। ਇੱਕੋ ਲਾਈਨ ਕਹੂੰਗਾ ਕਿ ਇੱਕ ਬਿਲਕੁਲ ਸਧਾਰਨ ਲੀਡਰ ਸਟੇਜ ਤੋਂ ਵੱਡੇ ਸਪੀਕਰ ਲੱਗੇ ਹੁੰਦੇ ਸੀ, 5 ਕਿਲੋਮੀਟਰ ਤੱਕ ਸਪੀਕਰ ਲੱਗੇ ਹੁੰਦੇ ਸੀ, ਅਸੀਂ ਦੂਰੋਂ ਸੁਣ ਰਹੇ ਹਾਂ, ਭਾਸ਼ਣ 'ਚ ਕਹਿ ਰਿਹਾ ਆ। ਹੁਣ ਤੇ ਨਾਮ ਚੌਮਸਕੀ ਨੇ ਵੀ ਕਹਿ ਦਿੱਤਾ, ਰਿਹਾਨਾ ਬੋਲ ਪਈ ਹੈ। ਇਹ ਗੱਲਾਂ ਦਾ ਮੇਰੇ ਨਾਲ ਮੇਰਾ ਮੁੰਡਾ ਸੀਗਾ, ਉਹ ਹੱਸਣ ਲੱਗ ਪਿਆ, ਕਹਿੰਦਾ ਦੇਖ ਲਾ ਕਿੱਥੇ ਤੱਕ। ਉਹ ਬੜਾ ਉਹ ਬਹੁਤ ਫੈਨ ਹੈ, ਉਹਨੂੰ ਬੜਾ ਚੰਗਾ ਲੱਗਾ। ਇਸ ਕਰਕੇ ਮੈਂ ਇਹ ਕਹਿੰਦਾ ਇਹ ਸੀ ਉਸਦਾ ਲੈਵਲ ਪਹੁੰਚਣ ਦਾ। ਦੂਜੀ ਗੱਲ ਜਿਹੜੀ ਚਿੰਤਾ, ਮੈਂ ਸਿਰਫ ਇਹ ਕਹਿ ਰਿਹਾ ਵੀ ਉਸ ਪਾਠ ਨੇ ਤਾਂ ਪਿੰਡ 'ਚ ਜਾਣਾ ਸੀ ਨਾ। ਐਨਹਾਈਲੇਸ਼ਨ ਆਫ ਕਾਸਟ ਦੇ ਪੈਂਫਲੇਟ ਫਿਰ ਜਿਵੇਂ 10,000 ਛਾਪਦੇ ਸੀ ਗਦਰ ਪਾਰਟੀ ਵਾਲੇ, 10,000 ਛਪਣੇ ਸੀ ਫਿਰ ਜਾਤ-ਪਾਤ ਖਤਮ ਕਰੋ। ਮੈਂ ਸੁਣੋ ਜੀ, ਦੂਜੀ ਤੁਹਾਡੀ ਚਿੰਤਾ ਕਿ ਇਹ ਬਿਲਕੁਲ ਪੈਲਵਰਾਈਜ਼ ਹੋ ਰਹੀ ਹੈ, ਟੁੱਟ ਰਹੀ ਹੈ, ਭੱਜ ਰਹੀ ਹੈ, 32 ਤੋਂ 60 ਹੋ ਗਏ, 70 ਹੋ ਗਏ, ਉਹਦੀ ਚਿੰਤਾ ਨਾ ਕਰੋ ਤੁਸੀਂ। ਅੱਛਾ, ਉਦਣ ਵੀ ਇਹ 30-40 ਸੀਗੇ ਅੰਦਰ, ਤੇ ਉਹ ਉਹਨਾਂ ਨੂੰ ਇਹ ਹੁੰਦਾ ਕਿ ਹਰ ਕੋਈ ਚਾਹੁੰਦਾ ਕਿ ਮੈਂ ਐਕਟਿਵਲੀ ਐਜ਼ ਏ ਲੀਡਰ ਪਾਰਟਿਸਿਪੇਟ ਕਰਾਂ, ਮੈਂ ਪਿੱਛੇ ਨਹੀਂ ਲੱਗਣਾ। ਇਹ ਪੰਜਾਬ ਦੀ ਬਿਰਤੀ ਹੈਗੀ ਆ, ਇਹਦੇ 'ਚ ਦਿੱਕਤ ਨਹੀਂ ਆਊਗੀ। ਤੁਸੀਂ ਮੈਂ ਦੇਖਿਓ ਸਹੀ, ਇਹ ਜਿੰਨੀਆਂ ਮਰਜ਼ੀ ਬਣ ਜਾਣ, ਜਿਸ ਦਿਨ ਕੋਈ ਵੱਡਾ ਦੌਰ ਚੱਲੂਗਾ ਇਹੀ ਲੋਕ ਫੇਰ ਇਹ ਸਾਰੇ ਇਕੱਠੇ ਹੋ ਜਾਣਗੇ, ਕੋਈ ਉਹਨਾਂ ਤੋਂ ਬਾਹਰ ਨਹੀਂ ਹੋਊਗਾ। ਮੈਨੂੰ ਇਸ ਗੱਲ ਤੋਂ ਪੂਰੀ ਉਮੀਦ ਹੈ ਕਿ ਪਰ ਉਹ ਦੌਰ ਉਸ ਕਿਸਮ ਦਾ ਉਸ ਮਾਹੌਲ ਦੇ ਵਿੱਚ ਉਹ ਜ਼ਰੂਰ ਆਉਣਗੇ। ਦੇਖੋ ਮੈਂ ਬੜੀ ਮਾਜ਼ਰਤ ਨਾਲ ਇਹ ਗੱਲ ਕਰ ਰਿਹਾ। ਨਵੰਬਰ ਦਾ ਮਹੀਨਾ ਸੀ ਪਿਛਲੇ ਸਾਲ ਦਾ 2022 ਦਾ, ਜਦੋਂ ਸਾਂਝਾ ਮਜ਼ਦੂਰ ਮੋਰਚਾ ਵਾਲਿਆਂ ਦੇ ਉੱਤੇ ਡਾਂਗਾਂ ਫਿਰ ਰਹੀਆਂ ਸੀ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੇ ਘਰ ਦੇ ਸਾਹਮਣੇ। ਭਗਵੰਤ ਮਾਨ ਹਰੀ ਤਾਂ ਉਦੋਂ ਖੈਰ ਹੈ ਨਹੀਂ ਸੀਗੇ ਇੱਥੇ, ਉਹ ਜ਼ਰੂਰੀ ਕੰਮ ਗਏ ਹੋਏ ਸੀਗੇ ਇੱਧਰ ਆਪਣਾ ਕੇਜਰੀਵਾਲ ਹਰਾਂ ਨਾਲ ਗੁਜਰਾਤ ਦੀ ਇਲੈਕਸ਼ਨ ਵਗੈਰਾ ਲੜਨ ਲਈ, ਉਹ ਤੋਂ ਜ਼ਿਆਦਾ ਜ਼ਰੂਰੀ ਕੰਮ ਸੀ। ਤੇ ਉਸ ਵੇਲੇ ਤੋਂ ਲੈ ਕੇ ਤੇ ਹੁਣ ਤੱਕ ਅਸੀਂ ਦੇਖਦੇ ਹਾਂ CPI ML ਦਾ ਜਿਹੜਾ ਮਜ਼ਦੂਰ ਮੋਰਚਾ ਉਹ ਟੁੱਟ ਗਿਆ। ਉਹਦੇ ਵਿੱਚੋਂ ਭਗਵੰਤ ਸਮਾਓ ਵਰਗੇ ਵੱਡੇ ਲੀਡਰ ਉੱਠ ਕੇ ਪਾਸੇ ਚਲੇ ਗਏ ਨੇ, ਉਹ ਅੰਬੇਦਕਰਾਈਟ ਬਣ ਗਏ ਨੇ। ਮੈਂ ਪੰਜਾਬ ਦੇ ਵਿੱਚ ਵਰਤਾਰੇ ਆਪਾਂ ਕਦੋਂ ਦੇਖੇ ਨੇ ਕਿ ਕਾਮਰੇਡ ਮਜ਼ਦੂਰਾਂ ਦੇ ਲੀਡਰ ਅੰਬੇਦਕਰਾਈਟ ਬਣ ਜਾਣ, ਕਾਸ਼ੀ ਰਾਮ ਦਾ ਜਨਮ ਦਿਨ ਮਨਾਉਣ ਨੂੰ ਪਹਿਲ ਦੇਣ, ਕਿਉਂਕਿ ਉਹਨਾਂ ਦੀ ਆਪਣੀ ਆਇਡੈਂਟੀਟੀ ਅੰਡਰ ਕੁਐਸਚਨ ਹੈ, ਉਹਨਾਂ ਦੀ ਪਛਾਣ ਪਾਰਟੀ ਦੇ ਵਿੱਚ ਉਸ ਕਦਰ ਨਹੀਂ ਹੈ, ਉਹਨਾਂ ਦੇ ਰੁਤਬੇ, ਉਹਨਾਂ ਨੂੰ ਆਪਣੇ ਰੁਤਬੇ ਦੇ ਉੱਤੇ ਕੁਐਸਚਨਸ ਲੱਗੇ ਹੋਣਗੇ। ਇਹਦਾ ਮਤਲਬ ਉਹਨਾਂ ਦੇ ਜਿਹੜੇ ਫਿਕਰ ਨੇ ਉਹ ਉਹਨਾਂ ਫਿਕਰਾਂ ਦੇ ਵਿੱਚ ਸੰਮਿਲਿਤ ਨਹੀਂ ਕੀਤੇ ਜਾ ਰਹੇ ਜਿਹੜੇ ਪਾਰਟੀ ਪੇਸ਼ ਕਰ ਰਹੀਆਂ ਨੇ। ਇਹਨੂੰ ਇੰਜ ਸਮਝਣਾ ਪਊਗਾ, ਇਹ ਪ੍ਰੋਬਲਮ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਹੈ। ਬਿਲਕੁਲ, ਜਦੋਂ ਇਹ ਯੂਨੀਅਨ ਆ ਉਹਨਾਂ ਦੇ ਲੀਡਰ ਕੋਈ ਡਿਕਟੇਟੋਰੀਅਲ ਐਟੀਟਿਊਡ ਬਣਾਉਂਦੇ ਆ, ਤੇ ਜਦੋਂ ਉਹਨਾਂ ਨੂੰ ਉੱਥੇ ਡੈਮੋਕ੍ਰੇਸੀ ਸਿਖਾਈ ਆ, ਇਕੁਐਲਿਟੀ ਸਿਖਾਈ, ਆਪਾਂ ਨੂੰ ਵੀ ਪਤਾ ਲక్ష్మణ ਸਿੰਘ ਸੇਵੇਵਾਲਾ ਕਿੱਥੇ ਖੜੇ ਨੇ, ਭਾਰਤੀ ਏਕਤਾ ਉਗਰਾਹਾਂ ਦੀ ਲੀਡਰਸ਼ਿਪ ਕਿੱਥੇ ਖੜੀ ਹੁੰਦੀ ਆ, ਆਪਾਂ ਸਭ ਨੂੰ ਪਤਾ। ਨਹੀਂ ਦੇਖੋ ਉਹ ਇਕੱਠੇ ਹੁੰਦੇ, ਕਹਿ ਰਿਹਾ ਇਹ ਡਾਇਲੌਗਸ ਕਿਉਂ ਨਹੀਂ ਸ਼ੁਰੂ ਹੋਏ। ਇਹ ਦੇਖੋ ਜਿਹੜਾ ਤੁਸੀਂ ਕਹਿੰਦੇ ਨਾ ਇਕੱਠੇ ਹੋਣ ਦਾ, ਸੇਵਾਵਾਲ ਦਾ ਤੇ ਉਹਨਾਂ ਦਾ ਆਗਰਾਹਾਂ ਦਾ, ਸਾਰਿਆਂ ਦਾ, ਸਾਰੀ ਮਜ਼ਦੂਰ ਆਰਗੇਨਾਈਜ਼ਡ ਮਜ਼ਦੂਰ ਜਿੱਥੋਂ ਤੱਕ ਤੇ ਲੈਫਟ ਪੋਲੀਟੀਕਲ ਪਾਰਟੀਆਂ ਵਾਲੇ ਆ, ਉਹ ਤੇ ਕਿਸੇ ਪੱਧਰ ਤੇ ਰੱਖਦੇ ਆ, ਹਾਲਾਂਕਿ ਉਹ ਜ਼ੈਲ ਨਹੀਂ ਹੁੰਦਾ ਉੱਥੇ ਵੀ ਪੂਰੀ ਤਰ੍ਹਾਂ ਉਹ ਇੱਕ ਦੂਜੇ ਨਾਲ ਇੰਜ ਬਹੁਤ ਜਗ੍ਹਾ ਤੇ ਖਾਣਾ ਪੂਰੀ ਬਿਲਕੁਲ ਰਿਚੁਅਲ ਹੈਗਾ। ਉਹਦਾ ਕਾਰਨ ਹੈ ਕਿ ਸਮਾਜਿਕ ਤੇ ਆਰਥਿਕ ਆਧਾਰ ਹੀ ਬਿਲਕੁਲ ਅਲੱਗ ਹੈਗਾ ਆ। ਤੁਸੀਂ ਜਿੱਦਣ ਇਸੇ ਚੀਜ਼ ਨੂੰ ਕਿਸਾਨ ਅੰਦੋਲਨ ਨੇ ਸਿੱਝਿਆ ਸੀ, ਇਹਦੇ ਨਾਲ ਹੀ ਕਿਸਾਨ ਅੰਦੋਲਨ ਸਿੱਝਿਆ ਸੀ ਟੈਂਪਰੇਰੀਲੀ। ਦੇਖੋ ਇੱਕ ਗੱਲ ਹੈਗੀ ਹੈ ਜੀ, ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਮਜ਼ਦੂਰ ਦਾ ਪਾੜਾ ਘਟਣਾ ਚਾਹੀਦਾ ਸੀ, ਕਿਉਂਕਿ ਦੋਨੇ ਇੱਕ ਦੂਜੇ ਦੇ ਨੇੜੇ ਨੇ, ਦੋਨੇ ਬਹੁਤੇ ਇਹਨਾਂ ਚੋਂ ਗੱਲਬਾਤ ਹੋਣੀ ਚਾਹੀਦੀ ਸੀ। ਇਹ ਨਹੀਂ ਹੋਈ, ਇਹ ਮਾੜੀ ਗੱਲ ਹੈ। ਪਰ ਮੈਂ ਇੱਕ ਦੂਜਾ ਪੱਖ ਦੇਖਦਾ, ਇਹਦਾ ਹਾਂ ਪੱਖੀ ਪੱਖ ਇਹਦਾ ਨਹੀਂ, ਵੈਸੀ ਕਿਸਾਨਾਂ ਤੇ ਮਜ਼ਦੂਰਾਂ। ਇੱਕ ਪਾਸੇ ਅੱਜ ਮਨਰੇਗਾ ਮਜ਼ਦੂਰ ਥਾਂ ਦੇ ਉੱਤੇ, ਮੈਂ ਸੰਗਰੂਰ 'ਚ ਦੇਖ ਕੇ ਆਇਆ, ਕੱਲ ਪਟਿਆਲੇ ਦੇ ਵਿੱਚ ਸੀ, ਮਨਰੇਗਾ ਮਜ਼ਦੂਰ ਇੱਕ ਪਾਸੇ ਇਕੱਠੇ ਹੋ ਰਹੇ ਨੇ, ਬਿਲਕੁਲ ਦੂਜੇ ਪਾਸੇ ਕਿਸਾਨ ਇਕੱਠਾ ਹੋ ਰਿਹਾ ਹੈ। ਇਹ ਦੋਨੇ ਲਹਿਰਾਂ, ਕਿਉਂਕਿ ਮਜ਼ਦੂਰ ਫਿਰ ਆਪਣੀ ਤਾਕਤ ਦਿਖਾਉਣਗੇ, ਜਦ ਕਿ ਕਿਸਾਨਾਂ ਨੂੰ, ਕਿਉਂਕਿ ਜਿੰਨਾ ਚਿਰ ਨਾ ਆਪਦੇ ਬਾਝ ਹੱਥਾਂ ਕਰਾਰਿਆਂ ਜਿਵੇਂ ਕਹਿੰਦੇ ਨੇ, ਹੱਥ ਕਰਾਰੇ, ਉਹ ਮਜ਼ਦੂਰ ਦੇ ਕਰਾਰੇ ਹੱਥੋਂ ਨੂੰ ਮਨਰੇਗਾ ਰਾਹੀਂ ਹੋਣੇ ਨੇ, ਹੋਰ ਕੋਈ ਤਰੀਕਾ ਨਹੀਂ ਰਿਹਾ। ਕੋਈ ਸੀਰੀ ਵਾਲਾ ਸਿਸਟਮ, ਹੋਰ ਸਾਰਾ ਸਿਸਟਮ ਬਦਲ ਚੁੱਕਿਆ ਖੇਤੀ ਦਾ। ਉਹ ਮਨਰੇਗਾ ਮਜ਼ਦੂਰ ਜਦ ਇਕੱਠੇ ਹੋ ਰਹੇ ਨੇ, ਇੱਕ ਪਾਸੇ ਮਨਰੇਗਾ ਮਜ਼ਦੂਰ ਉਹ ਵੀ ਸਰਕਾਰ ਦੇ ਖਿਲਾਫ ਹੈ, ਇੱਕ ਪਾਸੇ ਕਿਸਾਨ, ਜਿਹੜੀ ਕਿਸਾਨ ਤੇ ਮਜ਼ਦੂਰ ਦੀ ਆਪਸੀ ਲੜਾਈ ਸੀ। ਆਈ ਐਮ ਸੋ ਗ੍ਰੇਟਫੁਲ ਕਿ ਤੁਸੀਂ ਇਹ ਗੱਲ ਕੀਤੀ ਹੈ।
ਅੱਜ ਦੀ ਤਾਰੀਖ ਦੇ ਵਿੱਚ ਗ੍ਰਾਮ ਸਭਾ ਦੇ ਕੰਸਟਰਕਟ ਤੋਂ ਬਿਨਾ, ਮਨਰੇਗਾ ਮਜ਼ਦੂਰਾਂ ਦੇ ਘੋਲ ਤੋਂ ਬਿਨਾ, ਉਹਨਾਂ ਦਾ ਡੈਮੋਗ੍ਰਾਫਿਕ ਜਿਹੜਾ ਉਹਨਾਂ ਦਾ ਇਕੱਠ ਹੈ, ਜਿੰਨੀ ਉਹਨਾਂ ਦੀ ਗਿਣਤੀ ਹੈ ਤੇ ਜਿੰਨਾ ਰੋਜ਼ਗਾਰ ਮਨਰੇਗਾ ਦੇ ਸਕਦਾ ਹੈ, ਇਸ ਤੋਂ ਬਿਨਾ ਉਹ ਜਿਹੜਾ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਸੀਗੇ, ਹੋਰ ਕਿਹੜਾ ਰਸਤਾ ਇਧਰੋਂ ਇਨਕਲਾਬ ਵਾਲੇ ਪਾਸੇ ਜਾਣ ਨੂੰ? ਤੇ ਉਹਦੀ ਗੱਲ ਕਿੱਥੇ ਹੋ ਰਹੀ ਹੈ? ਕਿਹੜੀਆਂ ਸਟੇਜਾਂ ਦੇ ਉੱਤੇ ਕਿਸਾਨਾਂ ਦੇ ਧਰਨੇ ਲੱਗੇ ਹੋਏ ਨੇ? ਕਿੱਥੇ ਮਨਰੇਗਾ ਮਜ਼ਦੂਰਾਂ ਦੀਆਂ ਗੱਲਾਂ ਹੋ ਰਹੀਆਂ ਨੇ? ਕਿੱਥੇ ਦਿਹਾੜੀ ਦੀਆਂ ਗੱਲਾਂ ਹੋ ਰਹੀਆਂ ਨੇ? ਤੁਸੀਂ ਠੀਕ ਕਹਿੰਦੇ ਹੋ, ਮੈਂ ਇਹ ਜੀ ਕੋਈ ਮਤਭੇਦ ਨਹੀਂ ਹੈ। ਸਰਕਾਰ ਨੇ ਹੁਣ ਸਾਰੇ ਇਸੇ ਡਰ ਚੋਂ ਕਿਹਾ ਸੀ ਵੀ ਅਸੀਂ ਗ੍ਰਾਮ ਸਭਾਵਾਂ ਕਰਾਵਾਂਗੇ, ਠੀਕ ਹੈ, ਨਹੀਂ ਕਰਾਈਆਂ ਉਹ ਵੱਖਰੀ ਗੱਲ ਹੈ। ਉਹ ਜਿਹੜਾ ਕਹਿੰਦਾ ਸੀ ਉਹਨੂੰ ਪਾਸੇ ਸਾਈਡ ਲਾਈਨ ਕਰਤਾ, ਕੁਲਦੀਪ ਧਾਲੀਵਾਲ ਕਦੀ ਗੱਲ ਕਰਦਾ ਸੀ, ਉਹ ਵੀ ਸਾਈਡ ਲਾਈਨ ਕਰਾ, ਉਹ ਵੀ ਨਹੀਂ ਸਕਿਆ ਸੀ। ਸਵਾਲ ਇਹ ਹੈ ਵੀ ਇਹ 'ਚ ਕੋਈ ਸ਼ੱਕ ਨਹੀਂ ਹੈ, ਜਿਹੜੇ ਮਜ਼ਦੂਰ ਕਿਸਾਨ ਨੇ ਇਕੱਠੇ ਵੀ ਹੋਣਾ ਹੈ, ਛੋਟੇ ਦੁਕਾਨਦਾਰ ਨੇ ਇਕੱਠੇ ਹੋਣਾ, ਈਵਨ ਵਿਦਿਆਰਥੀ ਨੇ ਉਹਦੇ ਨਾਲ ਆਉਣਾ ਹੈ। ਇੱਕ ਤਰੀਕਾ ਸਟਰਗਲ ਦੇ ਵਿੱਚ ਆਉਣਗੇ, ਦੂਜਾ ਤਰੀਕਾ ਗ੍ਰਾਮ ਸਭਾਵਾਂ ਦਾ ਇੱਕ ਵੱਡਾ ਪਲੇਟਫਾਰਮ ਹੈ ਜਿਹਦੇ ਰਾਹੀਂ ਇਕੱਠੇ ਹੋਣਗੇ। ਇਸ ਕਰਕੇ ਸਰਕਾਰਾਂ ਡਰਦੀਆਂ ਨੇ, ਕਹਿੰਦੀਆਂ ਨੇ, ਲਿਪ ਸਰਵਿਸ ਕਰਦੀਆਂ ਨੇ। ਇਹਨਾਂ ਤਾਂ ਹੁਣ ਪੰਚਾਇਤਾਂ ਤੋੜ ਵੀ ਦਿੱਤੀਆਂ। ਮੈਂ ਇੱਕ ਛੋਟੀ ਜਿਹੀ ਗੱਲ ਕਹਾਂਗਾ, ਜਿੱਥੇ ਕਿਸਾਨ ਮਜ਼ਦੂਰ ਇਕੱਠਾ ਕੱਲ ਨੂੰ 28 ਤਰੀਕ ਹੈ, 28 ਤਰੀਕ ਨੂੰ ਜਿਹੜੀ ਭਗਵੰਤ ਮਾਨ ਸਰਕਾਰ ਇਹ ਸਿੱਖਦੀ ਨਹੀਂ ਹੈ, ਹਾਲਾਂਕਿ ਸਰਕਾਰ ਨੂੰ ਸਿੱਖਣਾ ਚਾਹੀਦਾ। ਹਰਿਆਣੇ ਦੇ ਵਿੱਚ ਵੀ ਇੱਥੋਂ ਜਿਹੜਾ ਹੋਵੇ, ਜਿਹੜਾ ਦੇਖਣਾ ਦਾ ਸਿਰ ਪਾੜਨਾ ਹੈ। ਕਰਨਾਲ ਚ ਅੱਛਾ, ਫਿਰ ਐਸਡੀਐਮ ਆਯੂਸ਼ ਸਿਨਹਾ ਆਈਏਐਸ ਪੜ੍ਹੇ ਲਿਖੇ ਵਿਅਕਤੀ ਹਰਿਆਣੇ 'ਚ 3 ਵਾਰੀ ਕਿਸਾਨਾਂ ਦੇ ਸਿਰ ਫਾੜ ਕੇ ਭੇਜੋ ਇੱਥੋਂ। ਖੱਟੜ ਸਰਕਾਰ ਨੇ ਇਹੋ ਜਿਹਾ ਵਤੀਰਾ ਕਿਸਾਨਾਂ ਨਾਲ ਕਰਿਆ ਸੀ, ਜਦ ਕਿ ਉੱਥੇ ਅੰਦੋਲਨ ਚੱਲ ਰਹੀ ਸੀ। 3 ਵਾਰੀ ਵਾਪਸ ਹੋਣਾ ਪਿਆ ਸੀ, ਔਰ 3 ਵਾਰੀ ਉਹ ਗੁਰਨਾਮ ਸਿੰਘ 28 ਅਗਸਤ ਇਹਦੀ ਐਨੀਵਰਸਰੀ ਹੈ। ਤੇ ਇੱਥੇ ਬਣਾਉਣੀ ਚਾਹੀਦੀ ਹੈ ਸਾਰੇ ਕਿਸਾਨ ਅੰਦੋਲਨ ਨੂੰ। ਹਾਂ ਬਿਲਕੁਲ। ਜਿਹੜਾ ਇੱਥੇ ਭਗਵੰਤ ਮਾਨ ਸਰਕਾਰ ਹੈ, ਇਹਨੇ ਪਹਿਲੀ ਵਾਰੀ ਉਹਦੀ ਲਾਠੀ ਤਾਂ ਓਡੀ ਵੱਡੀ ਨਹੀਂ ਵਸਾਈ ਜਿਹੜੀ ਅੱਜ ਕੀ ਹੋ ਗਿਆ। ਬਹਾਨਾ ਜੀ ਉਹ ਤਾਂ ਟਰੈਕਟਰ ਥੱਲੇ ਆ ਕੇ ਮਰ ਗਿਆ। ਮੈਂ ਬਤਾਓ ਡਾਕਟਰ ਕਹਿ ਸਕਦਾ ਵੀ ਜੇ ਟਰੈਕਟਰ ਥੱਲੇ ਵੀ ਆਇਆ, ਇਹ ਪਿੱਛੇ ਡਾਂਗਾ ਲਾ ਕੇ ਪਏ ਨੇ। ਹਮਦਰਦੀ ਤਾਂ ਸੁਣਾਈ ਦੇਵੇ ਮੈਨੂੰ, ਹਮਦਰਦੀ ਦੇ ਸ਼ਬਦ ਤਾਂ ਸੁਣਾਈ ਦੇਣ। ਇੱਕ ਵੀ ਸਰਕਾਰ ਜਸਟੀਫਿਕੇਸ਼ਨ ਭਰ ਕੇ ਇਹਨਾਂ ਦਾ ਬੁਲਾਰਾ ਜਿਹੜਾ ਆਮ ਆਦਮੀ ਪਾਰਟੀ ਦਾ ਆਫੀਸ਼ੀਅਲ ਬੁਲਾਰਾ ਕਹਿੰਦਾ ਨਹੀਂ ਨਹੀਂ ਇਹਨਾਂ ਨੂੰ ਇਹ ਕਰਨਾ ਹੀ, ਉਹਨੂੰ ਇੱਕ ਕਿਸੇ ਨੇ ਮਗਰਮੱਛ ਦੇ ਹੰਝੂ ਨਹੀਂ ਬਹਾਏ। ਸੋ ਇਸ ਕਰਕੇ ਮੁਆਵਜ਼ਾ ਦੇਣਾ ਹੋਰ ਗੱਲ ਹੈ, ਸਭ ਕੁਝ ਕਰਨਾ ਹੋਰ ਗੱਲ ਹੈ। ਅੱਜ ਦੁਖਾਂਤ ਇਸ ਗੱਲ ਦਾ ਹੈ ਕਿ ਪੰਜਾਬ ਦੀ ਸਿਆਸਤ ਕਿਸਾਨਾਂ ਦੇ ਅੰਦੋਲਨ ਤੇ ਜੇ ਚੁੱਪ ਹੈ, ਕਿਸਾਨਾਂ ਨੂੰ ਤੇ ਮਨਰੇਗਾ ਮਜ਼ਦੂਰਾਂ ਨੂੰ ਹੋਰ ਡਟ ਕੇ ਗੱਲ ਕਰਨੀ ਪਏਗੀ ਕਿ ਇਹ ਜਿਹੜੀ ਜਿੱਤੀ ਆ ਬਾਈ ਪ੍ਰੋਕਸੀ, ਇਹ ਕੋਈ ਐ ਨਹੀਂ ਵੀ ਇਹਨਾਂ ਨੂੰ ਵੋਟਾਂ ਪਾਈਆਂ ਨੇ। ਕਿਸਾਨ ਅੰਦਰ ਜਿਹੜਾ ਜੋਸ਼ ਸੀ ਉਹ ਜੋਸ਼ ਅੱਜ ਵੀ ਰਹੂਗਾ। ਸਭ ਤੋਂ ਇੰਪੋਰਟੈਂਟ ਇਹਨਾਂ ਨੂੰ ਇਹ ਜਵਾਬ ਦੇਣਾ ਪਊਗਾ ਇੱਥੋਂ ਦੀ ਸਿਆਸੀ ਪਾਰਟੀ। ਕਿਸਾਨ ਦੀ ਜਿਹੜੀ ਸਿਆਸਤ ਹੈ, ਜਿਹੜੀ ਮਨਰੇਗਾ ਮਜ਼ਦੂਰਾਂ ਦੀ ਗੱਲ ਹੈ, ਜਿਹੜੀ ਗ੍ਰਾਮ ਸਭਾ ਦੀ ਗੱਲ ਹੈ, ਇਹ ਸਭ ਤੋਂ ਇੰਪੋਰਟੈਂਟ ਸੀ। ਮਤਲਬ ਮੈਨੂੰ ਤਾਂ ਇਹ ਸੀ ਵੀ ਸ਼ਾਇਦ ਡਿਬੇਟ ਪਿੰਡਾਂ 'ਚ ਚੱਲ ਪੈਣਗੇ ਵੀ ਮਨਰੇਗਾ 'ਚ ਮੇਟ ਦੀ ਤਨਖਾਹ ਕਿੰਨੀ ਹੁੰਦੀ ਹੈ, ਉਹਦੀ 398 ਹੈ, ਮਜ਼ਦੂਰ ਦੀ 303 ਰੁਪਏ ਹੈ, ਤੇ ਉਹ ਕਿਸੇ ਨੂੰ ਮੇਟ ਦੀ ਇੱਕ ਬੰਦੇ ਨੂੰ ਤਨਖਾਹ ਨਹੀਂ ਦਿੰਦੇ। ਅਸੀਂ ਕੋਈ ਗੱਲ ਹੀ ਨਹੀਂ ਕਰ ਰਹੇ, ਸਾਡਾ ਪੋਲੀਟੀਸ਼ੀਅਨ ਕੋਈ ਗੱਲ ਨਹੀਂ ਕਰ ਰਿਹਾ। ਉਹ ਕਿੰਨੇ ਲੋਕਾਂ ਨੂੰ ਆਪਣੇ ਇਲਾਕੇ 'ਚ ਰੋਜ਼ਗਾਰ ਦੇ ਸਕਦਾ ਹੈ? ਸੈਂਕੜੇ ਹਜ਼ਾਰ। ਪੰਜਾਬ ਸਰਕਾਰ ਦਾ ਇੱਕ ਸਿੰਗਲ ਪੈਸਾ ਗਵਾਏ ਬਿਨਾਂ ਨੂੰ ਇਹ ਮਨਰੇਗਾ ਦੇ ਰਾਹੀਂ 1 ਲੱਖ ਨੂੰ ਵਾਈਟ ਕਾਲਰ ਜੌਬ ਮਿਲਣਾ ਸੀ। 32 ਲੱਖ ਨੂੰ 32 ਲੱਖ ਨੂੰ ਤਾਂ ਮੇਰੇ ਸੀ ਮਨਰੇਗਾ ਦੀ ਸਰਕਾਰ ਜਿਹੜੀ ਨੌਕਰੀਆਂ ਦਿੰਦੀ ਹੈ, ਉਹਦਾ ਆਪਣਾ ਪੈਸਾ ਖਰਚੇ ਬਿਨਾ ਲੱਖ ਬੰਦੇ ਨੂੰ ਨੌਕਰੀ ਦੇਣੀ ਸੀ, ਪਰ ਉਹਦੀ ਗੱਲ ਨਹੀਂ। ਇਹਨਾਂ ਦੀ ਆਮਦਨ ਵਧਣੀ ਸੀ। ਸੋ ਇਹ ਸਰਕਾਰ ਨੂੰ ਜਿਹੜੀ ਅੱਜ ਹੈ, ਇਹ ਮੈਨੂੰ ਐਂ ਲੱਗਦਾ ਵੀ ਇਹ ਕੋਈ ਸਿਆਸੀ ਸਰਕਾਰ ਨਹੀਂ ਹੈ, ਕਿਉਂਕਿ ਜੇ ਸਿਆਸੀ ਸਰਕਾਰ ਹੁੰਦੀ ਤਾਂ ਸਿਆਸਤ ਨੂੰ ਪਤਾ ਹੁੰਦਾ ਹੈ ਮਾੜੀ ਤੋਂ ਮਾੜੀ ਸਿਆਸੀ ਸਰਕਾਰ ਹੈ, ਐਗਜ਼ੈਕਟਲੀ ਦਿਸ ਪੁਆਇੰਟ, ਮਾੜੀ ਤੋਂ ਮਾੜੀ ਸਿਆਸੀ ਸਰਕਾਰ ਜਿਹੜੀ ਗੱਲ ਕਰ ਰਹੀ ਹੈ ਜੀ ਵੀ ਕਹਿੰਦੇ ਇਹ ਸਰਕਾਰ ਹੈ ਤੇ ਇਹ ਸਿਆਸੀ ਸਰਕਾਰ ਨਹੀਂ ਹੈਗੀ। ਪਹਿਲੇ ਸੈਗਮੈਂਟ 'ਚ ਮੈਂ ਕਹਿ ਰਿਹਾ ਸੀ ਕਿ ਅਸੀਂ ਪੁਲਿਸ ਸਟੇਟ 'ਚ ਰਹਿ ਰਹੇ ਹਾਂ, ਦੂਜੇ 'ਚ ਤੁਸੀਂ ਦੱਸਿਆ ਸਿਆਸੀ ਸਰਕਾਰ ਨਹੀਂ, ਤੀਜੇ 'ਚ ਅਕਾਲ ਪੁਰਖ ਮਿਹਰ ਰੱਖੇ ਕਿਸੇ ਚੰਗੇ ਨਤੀਜੇ ਤੇ ਪਹੁੰਚੀਏ। ਪਰ ਆਪਣੇ ਸੂਬੇ ਨੂੰ ਸਮਝਣ ਲਈ ਆਪਣੇ ਸੂਬੇ ਤੋਂ ਬਾਹਰ ਤੇ ਆਪਣੇ ਅੰਦਰ ਝਾਤ ਮਾਰਨੀ ਪੈਂਦੀ ਹੈ। ਵੀਲ ਡੂ ਮੋਰ ਆਫ ਦੈਟ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਕਿਸਾਨੀ ਮੋਰਚੇ ਦੇ ਉਸ ਸੁਨਹਿਰੇ ਦੌਰ ਬਾਰੇ, ਜਦੋਂ 3 ਖਾਲੇ ਖੇਤੀ ਬਿੱਲ ਵਾਪਸ ਕਰਾ ਕੇ ਸੰਗਤ ਘਰ ਨੂੰ ਮੁੜੀ ਸੀ ਖਲਕਤ ਇੱਥੇ, ਤੇ ਅੱਜ ਜਿਹੜੀ ਖਲਕਤ ਸੜਕਾਂ ਦੇ ਉੱਤੇ ਲੜ ਰਹੀ ਹੈ, ਕਿਸਾਨੀ ਅੰਦੋਲਨ ਉਸੇ ਤਰੀਕੇ ਨਾਲ ਤਾਰੀ ਹੈ, ਭਾਵੇਂ ਟੁੱਟਵੇਂ ਰੂਪ ਦੇ ਵਿੱਚ ਹੈ। ਸਾਡੀਆਂ ਲਰਨਿੰਗਸ ਕੀ ਨੇ, ਉੱਥੋਂ ਕਿਹੜੇ ਸਬਕ ਸਿੱਖੇ ਸੀ, ਕਿਹੜੇ ਸਬਕ ਭੁੱਲਦੇ ਜਾ ਰਹੇ ਹਾਂ, ਤੇ ਆਉਣ ਵਾਲੇ ਦੌਰ ਦੇ ਵਿੱਚ ਉਹ ਚੁਣੌਤੀਆਂ ਕਿਹੜੀਆਂ ਨੇ। ਸਾਡੇ ਨਾਲ ਪ੍ਰੋਫੈਸਰ ਪਿਆਰੇਲਾਲ ਗਰਗ ਜੀ ਨੇ ਤੇ ਡਾਕਟਰ ਮਨਜੀਤ ਸਿੰਘ ਜੀ ਨੇ। ਮਨਜੀਤ ਸਿੰਘ ਜੀ, ਇਹ ਦੱਸੋ ਕਿ ਅਸੀਂ ਉਹ ਗੱਲ ਕਰ ਰਹੇ ਸੀ ਕਿ ਬੜਾ ਕੰਪਰੀਹੈਂਸਿਵ ਜਿਹਾ ਉਹ ਅੰਦੋਲਨ ਸੀ। ਸਰਕਾਰ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਹੋਂਦ ਵਿੱਚ ਹੀ ਤਾਂ ਆਏ, ਇਹ 92 ਸੀਟਾਂ ਹੀ ਤਾਂ ਆਈਆਂ, ਉਮੜ ਕੇ ਇਉਂ ਲੋਕਾਂ ਨੇ ਬਾਕੀਆਂ ਨੂੰ ਹੁੰਝਾ ਫੇਰ ਬਾਹਰ ਸੁੱਟਿਆ ਤੇ ਇਹਨਾਂ ਨੂੰ ਉੱਥੇ ਤਾਂ ਬਿਠਾਇਆ ਕਿਉਂਕਿ ਕਿਸਾਨ ਅੰਦੋਲਨ ਜਿਹੜੀ ਗੱਲ ਕਰ ਰਿਹਾ ਸੀ ਉਹ ਲੋਕਾਂ ਦੇ ਕਿਧਰੇ ਉਹਨੇ ਲੋਕਾਂ ਦੀ ਇੱਕ ਸਮਝ ਬਣਾਈ ਸੀ। ਫਿਰ ਇੱਕ ਲੌਜੀਕਲੀ ਬੰਦਾ ਐਕਸਪੈਕਟ ਕਰਦਾ ਕਿ ਫਿਰ ਸਰਕਾਰ ਇਸੇ ਸਮਝ ਨੂੰ ਅੱਗੇ ਲੈ ਕੇ ਚੱਲੇਗੀ, ਉਹ ਇਸੇ ਤਰੀਕੇ ਦੇ ਨਾਲ ਮੋਨੋਪੋਲੀ ਕੈਪੀਟਲਿਜ਼ਮ ਦੀ ਗੱਲ ਕਰੇਗੀ,
ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰੇਗੀ, ਰਿਸੋਰਸਿਸ ਦੀ ਲੁੱਟ ਦੀ ਗੱਲ ਕਰੇਗੀ। ਇਹ ਵੱਡੇ ਨੈਰੇਟਿਵ ਕਿਸਾਨ ਅੰਦੋਲਨ ਨੇ ਬਣਾਏ ਸੀ। ਅੰਦੋਲਨ ਇੰਨਾ ਵੱਡਾ ਸੀ, ਉਹਦਾ ਭੀਮੇ ਕੋਰੇਗਾਂਵ ਦੇ ਕੇਸਿਸ, ਲਾਰਜਲੀ ਡੈਮੋਕ੍ਰੇਸੀ ਦਾ ਪਤਨ, ਸਾਰੇ ਕੁਝ ਨੂੰ ਆਪਣੀ ਵਲਗਨ 'ਚ ਲੈ ਰਿਹਾ ਸੀਗਾ। ਇਹ ਜਿਹੜੀ ਸਰਕਾਰ ਹੈ, ਜਦੋਂ ਇਹ ਬਹੁਤ ਚੰਗਾ ਵੀ ਸੋਚਦੀ ਆ, ਅੱਛੀ ਗੱਲ ਵੀ ਕਰਦੀ ਆ, ਤਾਂ ਉਹ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਬਣਾਉਣ ਤੱਕ, ਸਕੂਲ ਆਫ ਐਮੀਨੈਂਸ ਬਣਾਉਣ ਤੱਕ, ਕਿਸੇ ਦੀ ਕਦੀ ਛੱਤ ਢਹਿ ਜੇ, ਕੋਈ ਟੀਚਰ ਉਹਦੇ 'ਚ ਸਾਡੀ ਸ਼ਹੀਦ ਹੋ ਜਾਏ, ਉਹ ਇੱਕ ਵੱਖਰੀ ਗੱਲ ਹੈ। ਪਰ ਉਹ ਸਾਰਾ ਕੁਝ ਜਿਹੜਾ ਨਾ, ਉਹ ਇੱਕ ਰੈਜ਼ੀਡੂਅਲ ਜੀ ਪ੍ਰੋਟੈਕਸ਼ਨ ਜਿਹੜੀ ਆਪਾਂ ਦਿੰਦੇ ਆ, ਜਿਵੇਂ ਪੀਜ਼ੈਂਟਰੀ ਨੂੰ MSP ਤੱਕ ਮਹਿਦੂਦ ਕਰਕੇ, ਤੇ ਉਹਦੀ ਮੰਗ ਹੀ ਇੱਥੋਂ ਤੱਕ ਮਹਿਦੂਦ ਹੈ ਕਿ ਸਾਨੂੰ MSP ਮਿਲ ਜਾਏ। ਇਹ ਬੜੀਆਂ ਰੈਜ਼ੀਡੂਅਲ ਪ੍ਰੋਟੈਕਸ਼ਨ ਨੇ, ਮਿਨੀਮਲ ਜੀਣ ਜੋਗੀਆਂ ਗਰੰਟੀਆਂ। ਉਹ ਉਸ ਵਡੇਰੇ ਉਹਦੇ ਨਾਲ ਕਿਉਂ ਨਹੀਂ ਚੱਲਦੀ? ਇਹ ਡਾਕਟਰ ਪੈਰਲ ਗਰਗ ਨੇ ਪਿਛਲੇ ਸੈਗਮੈਂਟ ਦੇ ਅੰਤ ਤੇ ਗੱਲ ਕੀਤੀ। ਉਹਨਾਂ ਨੇ ਕਿਹਾ ਸਰਕਾਰ ਸਿਆਸੀ ਨਹੀਂ ਹੈ। ਐਕਸਪਲੇਨ ਦਿਸ ਫੈਨੋਮੇਨਾ। ਤੁਸੀਂ ਸਾਰੀ ਉਮਰ ਪੋਲੀਟੀਕਲ ਸਾਇੰਸ ਤੇ ਸੋਸ਼ੀਓਲੋਜੀ ਪੜ੍ਹਾਈ ਹੈ। ਸਰਕਾਰ ਸਿਆਸੀ ਨਹੀਂ ਹੈ। ਨਹੀਂ, ਸਰਕਾਰ ਤੇ ਸਿਆਸਤ ਤੇ ਉਹਨਾਂ ਦੀ ਬੜੀ ਕਲੀਅਰ ਹੈ, ਸਿਆਸਤ ਕਰਦੀ ਹੈ, ਸਿਆਸੀ ਨਾ ਹੋ ਕੇ। ਹਾਂ, ਨਹੀਂ, ਸਰਕਾਰ ਦੀ ਸਿਆਸਤ ਸਿਆਸੀ ਗੱਲ ਨਹੀਂ ਕਰਨੀ। ਹੁਣ ਕੇਜਰੀਵਾਲ ਦੀ ਕਿਆ ਸਿਆਸਤ ਨਹੀਂ ਹੈ? ਬੜੀ ਜ਼ਬਰਦਸਤ ਸਿਆਸਤ ਹੈ, ਜਿਹੜਾ ਇੱਕ ਪੱਧਰ ਦੇ ਉੱਤੇ ਬਿਲਕੁਲ ਚੁਣੌਤੀ ਦਿੰਦੇ ਆ। ਨਰਿੰਦਰ ਮੋਦੀ ਨੂੰ ਸਿੱਧਾ ਹੈਡ, ਲੌਗਰ ਹੈਡ, ਮਤਲਬ ਆਪਣਾ ਹੈਡ ਆਨ ਲੈਂਦੇ ਆ। ਇਹਦਾ ਉਹ ਸਿਆਸਤ ਤੋਂ ਬਿਨਾਂ ਨਹੀਂ ਹੈ। ਉਹਨਾਂ ਦੇ ਪਿੱਛੇ ਸ਼ਕਤੀਆਂ ਵੀ ਹੈਗੀਆਂ, ਇਹੋ ਜਿਹੀ ਗੱਲ ਨਹੀਂ ਹੈ, ਇੱਥੇ ਦੀਆਂ ਵੀ ਬਾਹਰ ਦੀਆਂ ਵੀ ਸਾਰੀਆਂ। ਉਹ ਪੂਰਾ ਐਉਂ ਨਹੀਂ ਵੈਲ ਲਾਇਲਡ ਆ। ਪਰ ਜਿਹੜੀ ਆਪਾਂ ਗੱਲ ਹੈ ਕਿ ਆਪਾਂ ਕੀ ਕਨਕਲੂਜਨ ਕੀ ਕੱਢ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਇਸ ਪੱਧਰ ਦੇ ਉੱਤੇ ਮੂਵਮੈਂਟ ਨੂੰ ਖੜਾ ਕੀਤਾ ਤੇ ਉਹਦਾ ਹਿੱਸਾ ਬਣੇ, ਤੇ ਉਹਦਾ ਫਾਇਦਾ ਲੈ ਕੇ ਇਹ ਲੋਕ ਉਹਨੂੰ ਅੱਗੇ ਕਿਉਂ ਨਹੀਂ ਤੋਰੇ? ਕਿਉਂ ਨਹੀਂ? ਬਿਲਕੁਲ ਨਹੀਂ। ਇਹ ਇਹਨਾਂ ਦੀ ਕਮਾਈ ਨਹੀਂ। ਉਹ ਤੇ ਕਿਸੇ ਨੇ ਬੀਜਿਆ ਸੀਗਾ, ਇਹਨਾਂ ਨੇ ਵੱਢ ਲਿਆ। ਇਹਨਾਂ ਤੇ ਆਪਣੀ ਵੱਢਿਆ ਵੀ ਨਹੀਂ, ਮੰਡੀ 'ਚ ਆਏ ਦੇ ਉੱਤੇ ਆਪਣੀ ਮੋਹਰ ਲਾਤੀ, ਬੋਰੀਆਂ 'ਚ ਪਾ ਕੇ ਭੱਜ ਗਏ। ਪੱਕਾ ਕਰ ਲਿਆ ਕਿ ਅਗਲੀ ਵਾਰੀ ਅਸੀਂ ਨਹੀਂ ਆਉਣਾ। ਮੈਂ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਕਿ ਸਰਕਾਰ ਸਿਆਸੀ ਨਹੀਂ, ਉਹ ਲੈਟ ਮੀ ਟੇਕ ਅਪ ਐਨ ਐਗਜ਼ਾਮਪਲ। ਹੁਣ IPC CRPC ਵਿੱਚ ਚੇਂਜਸ ਕਰ ਰਹੇ ਨੇ। ਪੁਲਿਸ ਦੀ ਕਸਟਡੀ ਸਾਰੇ ਲੋਕਾਂ ਨੂੰ ਪਤਾ ਵੀ 14 ਦਿਨ ਤੱਕ ਪੁਲਿਸ ਹਿਰਾਸਤ ਹੋ ਸਕਦੀ ਹੈ, ਉਸ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ਹੋ ਜਾਂਦਾ। ਨਵੇਂ IPC ਦੇ ਵਿੱਚ ਉਹਨਾਂ ਨੇ ਪ੍ਰਾਵਧਾਨ ਪਾਇਆ ਵੀ ਜੇ ਇਹੋ ਜਿਹੀ ਧਾਰਾ ਹੋਵੇ ਜਿਹਦੇ 10 ਸਾਲ ਤੋਂ ਜ਼ਿਆਦਾ ਜੇਲ੍ਹ ਹੋ ਸਕਦੀ ਹੋਵੇ, ਤੁਹਾਡੀ ਪੁਲਿਸ ਕਸਟਡੀ 90 ਦਿਨ ਤੱਕ ਵਧਾਈ ਜਾ ਸਕਦੀ ਹੈ। ਜੇ 10 ਸਾਲ ਤੋਂ ਘੱਟ ਵਾਲੀ ਹੋਵੇ ਤਾਂ ਤੁਹਾਡੀ ਪੁਲਿਸ ਕਸਟਡੀ 60 ਦਿਨ ਤੱਕ ਵਧਾਈ ਜਾ ਸਕਦੀ ਹੈ। ਸਰ, 2 ਮਹੀਨੇ ਦਾ ਪੁਲਿਸ ਰਿਮਾਂਡ, 3 ਮਹੀਨੇ ਦਾ ਪੁਲਿਸ ਰਿਮਾਂਡ, ਇਹਦੇ ਤੇ ਸਾਰੀ ਸਿਆਸਤ ਚੁੱਪ ਹੈ। ਜਿਸ ਕੇਜਰੀਵਾਲ ਨੇ ਰੋਜ਼ ਮੋਦੀ ਇਰਾਨ ਨਾਲ ਲੜਨਾ ਹੈ, ਜਿਸ ਭਗਵੰਤ ਮਾਨ ਨੇ ਰੋਜ਼ ਆਪਣੇ ਆਪ ਨੂੰ ਬਹੁਤ ਵਧੀਆ ਕਹਿਣਾ ਹੈ, ਉਹ ਤਾਂ ਇਹਦੇ ਤੇ ਮੂੰਹ ਨਹੀਂ ਖੋਲਦੇ। ਅੱਜ ਵੀ ਮੈਂ ਕਹਦਾ UCC ਦੇ ਉੱਤੇ, ਯੂਨੀਫਾਰਮ ਸਿਵਲ ਕੋਡ ਦੇ ਉੱਤੇ ਸਰਕਾਰ ਕੋਈ ਮੂਵ ਕਰੇ, CA NRC ਦੇ ਉੱਤੇ ਕੋਈ ਮੂਵ ਕਰੇ, IPC CRPC ਦੇ ਉੱਤੇ ਕਰੇ, ਆਹੀ ਕਿਸਾਨ ਆਰਗੇਨਾਈਜੇਸ਼ਨ ਹੋਣਗੀਆਂ ਟੁੱਟੀਆਂ ਭੱਜੀਆਂ, ਜਿਹੜੀਆਂ ਆਪਸ ਵਿੱਚ ਟੁੱਟ ਭੱਜਨੇ, ਜਿਹੜੀਆਂ ਸੜਕਾਂ ਤੇ ਹੋਣਗੀਆਂ, ਇਹਨਾਂ ਦੇ ਮੂੰਹ ਚੁੱਪ ਨੇ। ਦੈਟ ਇਜ਼ ਵਾਈ ਆਈ ਐਮ ਸੇਇੰਗ ਸਰਕਾਰ ਸਿਆਸੀ ਨਹੀਂ ਹੈ। ਮੈਂ ਇੱਕ ਗੱਲ ਤੇ ਕਹਿਣਾ ਵੀ ਸਰਕਾਰ ਸਿਆਸੀ ਕਿਉਂ ਨਹੀਂ ਹੈ। ਪ੍ਰਸਤਾਵ ਨੇ ਸਿਆਸੀ ਕੀ ਹੈ? ਸਿਆਸੀ ਆ ਬਰਾਡਰ ਫਰੇਮਵਰਕ 'ਚ ਅਸੀਂ ਚਾਹੁੰਦੇ ਕਿ ਮੈਂ ਦੇਸ਼ ਨੂੰ ਕਿੱਧਰ ਲੈ ਕੇ ਜਾਣਾ ਹੈ, ਪੰਜਾਬ ਨੂੰ ਕਿੱਧਰ ਲੈ ਕੇ ਜਾਣਾ ਹੈ, ਸੈਂਟਰ ਸਟੇਟ ਰਿਲੇਸ਼ਨਸ਼ਿਪ ਕੀ ਹੈ, ਇਹ ਸਿਆਸਤ ਹੈ। ਇਹ ਕੁਝ ਨਹੀਂ ਕਰਦੇ। ਕਹਿੰਦੇ ਅਸੀਂ ਤੁਹਾਨੂੰ ਚੰਗਾ ਪ੍ਰਬੰਧ ਦੇਵਾਂਗੇ। ਜਿਹੜੀ ਸਰਕਾਰ ਇਹ ਕਹਿੰਦੀ ਅਸੀਂ ਪ੍ਰਬੰਧ ਚੰਗਾ ਦੇਵਾਂਗੇ, ਉਹ ਪ੍ਰਬੰਧ ਕੀ ਹੈ ਕਿ ਸਿਆਸੀ ਹੈ? ਜਿਹੜੀ ਸਰਕਾਰ ਕਹਿੰਦੀ ਅਸੀਂ ਕਰਪਸ਼ਨ ਦੂਰ ਕਰਾਂਗੇ, ਮੰਨ ਲਓ ਕਰ ਵੀ ਦੇਣ, ਤੇ ਕੀ ਫਿਰ ਉਹ ਸਿਆਸਤ ਹੋ ਗਈ? ਸਿਆਸਤ ਇਹ ਕਹਿੰਦੀ ਹੈ ਕਿ ਤਾਕਤਾਂ ਦਾ ਤਵਾਜ਼ਨ ਕੀ ਹੋਵੇ। ਸਿਆਸਤ ਇਹ ਕਹਿੰਦੀ ਹੈ ਸਾਡੇ ਮੁਲਕ ਦੀ ਦੁਨੀਆ ਦੇ ਨਾਲ ਕੀ ਹੋਵੇ, WTO ਨਾਲ ਸਾਡਾ ਕੀ ਰਿਲੇਸ਼ਨ ਹੋਵੇ, ਹਿਊਮਨ ਰਾਈਟਸ ਕੀ ਹੋਣ, ਵੂਮਨ ਰਾਈਟਸ ਕੀ ਹੋਣ। ਕਿਸੇ ਤੇ ਬੋਲਦੇ ਨੇ, ਕਿਸੇ ਇੱਕ ਗੱਲ ਤੇ ਬੋਲਦੇ ਨੇ, ਨਾ ਵਿਰੋਧੀ ਪਾਰਟੀਆਂ ਬੋਲਦੀਆਂ ਨੇ। ਸੋ ਇਸ ਕਰਕੇ ਮੈਂ ਵਿਰੋਧੀ ਪਾਰਟੀਆਂ ਨੂੰ ਫਿਰ ਵੀ ਇਹ ਕਹਾਂਗਾ, ਕਦੇ ਨਾ ਕਦੇ ਉਹ ਆਪਦੇ ਹਿੱਤ 'ਚੋਂ ਬੋਲ ਜਾਂਦੀਆਂ ਨੇ, ਕਿਉਂਕਿ ਉਹਨਾਂ ਨੂੰ ਫਿਰ ਵੀ ਇਹ ਤਾਂ ਸਿਆਸਤ ਕਰਦੇ ਹੀ ਨਹੀਂ, ਇਹ ਤਾਂ ਪ੍ਰਬੰਧ ਕਰਦੇ ਨੇ। ਇਹ ਫਰਕ ਹੈ। ਹੁਣ ਇਹ ਪ੍ਰਬੰਧ ਵੀ ਨਹੀਂ ਕਰ ਰਿਹਾ, ਕਿਉਂਕਿ ਜ਼ਿਆਦਾ ਕੁੱਟਮਾਰ ਹੋਈ ਹੈ, ਉਦੋਂ ਪ੍ਰਬੰਧ 'ਚ ਬੋਲਦੇ ਹੀ ਨਹੀਂ, ਉਦੋਂ ਪੁਲਿਸ ਦੀ ਚੜਤਾ, ਕਿਉਂਕਿ ਇਹ ਪ੍ਰਬੰਧ ਕਰਦੇ ਨੇ। ਕਿਸਾਨੀ ਮੋਰਚਾ ਕੋਈ ਐਡਮਿਨਿਸਟ੍ਰੇਟਿਵ ਮੋਰਚਾ ਨਹੀਂ ਸੀਗਾ, ਪੋਲੀਟੀਕਲ ਮੋਰਚਾ ਸੀ। ਮੈਂ ਇਹ ਕਹਿਣਾ ਵੀ ਇਹ ਪ੍ਰਬੰਧ 'ਚ ਵੀ ਜਿਹੜਾ ਇਹਨਾਂ ਨੇ ਵਾਅਦਾ ਕਰਕੇ ਆਏ ਨੇ ਕਿ ਅਸੀਂ ਪ੍ਰਬੰਧ ਕਰਾਂਗੇ, ਇਹ ਪ੍ਰਬੰਧ 'ਚੋਂ ਵੀ ਹੁਣ ਭੱਜ ਰਹੇ ਨੇ, ਉਹ ਵੀ ਪੁਲਿਸ ਦੇ ਤੇ ਬਿਊਰੋਕ੍ਰੇਸੀ ਦੇ ਹਵਾਲੇ ਦੇ ਰਹੇ। ਗਰਗ ਸਾਹਿਬ, ਇਹਨਾਂ ਦੀ ਸਿਆਸਤ ਇਹੀ ਹੈ, ਉਹ ਗੈਰ ਸਿਆਸੀ ਨਹੀਂ ਹੈਗੇ, ਉਹ ਸਿਆਸਤ ਕਰਨੀ ਇਹੋ ਜਿਹੀ ਚਾਹੁੰਦੇ ਆ। ਸਿਆਸਤ ਹੋਈ ਵੀ ਗਵਰਨਰ ਕਹਿੰਦਾ ਮੈਂ 356 ਲਗਾ ਦਿਆਂਗਾ, ਨਹੀਂ ਤਾਂ ਮੈਨੂੰ ਜਵਾਬ ਦਿਓ। ਤੁਸੀਂ ਸਿਆਸਤ ਕਰੋ, ਤੁਸੀਂ ਗੱਲ ਪੁੱਛੋ ਗਵਰਨਰ ਨੂੰ, ਤੁਸੀਂ ਕਹੋ ਜੀ ਤੁਹਾਨੂੰ ਬੜੇ ਜਵਾਬ ਚਾਹੀਦੇ ਨੇ। ਉਹ ਭਾਈ ਜੀਰੇ ਦੀ ਫੈਕਟਰੀ ਅੱਗੇ ਬੈਠੇ ਰਹੇ ਲੋਕ ਮਹੀਨਿਆਂ ਤੋਂ ਲੜ ਰਹੇ ਨੇ, ਉਹ ਗਵਰਨਰ ਸਾਹਿਬ ਨੇ ਕਦੀ ਜਵਾਬ ਹੀ ਨਹੀਂ ਮੰਗਿਆ ਸਰਕਾਰ ਤੋਂ ਵੀ ਇਹ ਲੋਕ ਇੰਨੀ ਦੇਰ ਦੇ ਲਗਾਤਾਰ ਲੜ ਰਹੇ ਨੇ, ਇਹਨਾਂ ਦੀ ਸੁਣ ਕੌਣ ਰਿਹਾ? ਤੇ ਵਿਰੋਧੀ ਪਾਰਟੀ ਕੋਈ ਸਰਕਾਰ ਤੇ ਹਮਲਾ ਨਹੀਂ ਕਰ ਰਹੀ ਕਿ ਤੁਸੀਂ ਕਿਉਂ ਨਹੀਂ ਬੋਲ ਰਹੇ? ਤੁਸੀਂ ਸਿਆਸਤ ਕੌਣ ਕਰ ਰਿਹਾ ਇਹਨਾਂ ਦੇ ਵਿੱਚੋਂ? ਦੇਖੋ, ਸਿਆਸਤ ਦਾ ਮੁੱਖ ਮਾਨਾ ਦੇ ਅੰਦਰ ਸੱਤਾ 'ਚ ਕਿਵੇਂ ਆਉਣਾ, ਉਹਦੇ ਲਈ ਆਪਣੀ ਸਟ੍ਰੈਟਜੀ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ। ਮੈਂ ਬੰਦਿਆਂ ਨੇ ਚੱਲਣਾ ਕਿੱਦਾਂ, ਅਸੀਂ ਰਹਿਣਾ ਕਿੱਦਾਂ, ਨਹੀਂ
ਉਹ ਸਾਡੀ ਸਿਆਸਤ ਆ, ਸਾਨੂੰ ਹੀ ਪੜਾਇਆ। ਨਹੀਂ ਬਿਲਕੁਲ ਇਹ ਸਾਡੀ ਸਿਆਸਤ ਆ, ਇਹ ਲੋਕਪ੍ਰਿਯ ਸਿਆਸਤ ਆ, ਇਹ ਜਿਹੜੀ ਰਿਪਬਲਿਕ ਦੀ ਜਿਹੜੀ ਆਪਾਂ ਪੀਪਲ ਦੀ ਸਿਆਸਤ, ਪਰ ਉਹਨਾਂ ਦੀ ਸਿਆਸਤ ਤੇ ਸੱਤਾ ਵਿੱਚ ਕਿਵੇਂ ਹੋਣਾ, ਜਿਵੇਂ ਬਾਕੀ ਪਾਰਟੀਆਂ ਕਰ ਰਹੀਆਂ ਉਹ ਵੀ ਆਪਣੇ ਮਾੜਾ ਜਿਹਾ ਇੱਕ ਵਰਡ ਹੋਰ ਲਾ ਲਓ ਵਿੱਚ ਵੀ ਸੱਤਾ 'ਚ ਦੁਬਾਰਾ ਕਿਵੇਂ ਆਣਾ, ਬਸ ਉਹੀ ਕਰ ਰਹੇ ਦੁਬਾਰਾ ਹੁਣ ਕਿਵੇਂ ਆਉਣ, ਬਿਲਕੁਲ ਇਸ ਲਈ ਜਿਹੜਾ ਇਹ ਕਰ ਰਹੇ ਨਾ ਦੁਬਾਰਾ ਆਉਣ ਨਾ ਆਉਂਦੀ, ਦੁਬਾਰਾ ਵਾਲੇ ਤਾਂ ਮੇਰੇ ਹਿਸਾਬ ਨਾਲ ਜੇ ਤਾਂ ਦੂਜੀਆਂ ਪਾਰਟੀਆਂ ਨੇ ਜਮਾਂ ਹੀ ਨਾ ਕੁਝ ਕਰੇ ਫਿਰ ਤਾਂ ਖਲਾਅ 'ਚ ਤਾਂ ਕੁਝ ਰਹਿੰਦਾ ਨਹੀਂ ਨਾ। ਭਗਵੰਤ ਮਾਨ ਦਾ ਬਿਆਨ ਪਿਆ ਮੇਰੇ ਕੋਲ, ਕਹਿੰਦੇ ਨੇ ਪੇਡ ਪ੍ਰੋਟੈਸਟ ਇਦਾਂ ਹੁੰਦੇ ਨੇ ਜਿਵੇਂ ਸ਼ੈਡਿਊਲ ਬਣਾਈ ਹੁੰਦੀ ਹੈ ਵੀ ਇਹਨਾਂ ਨੇ ਪ੍ਰੋਟੈਸਟ ਕਰਨਾ, ਜਿੱਥੇ ਦੇਖੋ ਦਰੀ ਵਿਛਾ ਲੈਂਦੇ ਨੇ। ਜਿਹੜਾ ਮੋਦੀ ਸਾਹਿਬ ਨੇ ਕਿਹਾ 70 ਸਾਲ 'ਚ ਕੁਝ ਨਹੀਂ, ਉਹੀ ਕਹਿੰਦੇ ਵੀ 70 ਸਾਲ 'ਚ ਕੁਝ ਨਹੀਂ ਹੋਇਆ ਪੰਜਾਬ 'ਚ। ਇਹਨਾਂ ਨੂੰ ਪੁੱਛੋ ਜਿਹੜੇ ਹੜ੍ਹ ਤੁਸੀਂ ਕਹਿੰਦੇ ਭਾਖੜ 'ਚੋਂ ਪਾਣੀ ਛੱਡਿਆ ਉਹ ਡੈਮ ਕਿਹਨੇ ਬਣਾਇਆ ਸੀ? ਉਹ 70 ਸਾਲ ਤੁਸੀਂ ਬਣਾਇਆ। ਪੌਂਗ ਡੈਮ ਕਿਹਨੇ ਬਣਾਇਆ ਸੀ? ਸਕੂਲ ਜਿਹੜੀ ਛੱਤ ਢਈ ਹੈ ਉਹ ਸਕੂਲ ਕਿਸੇ ਨੇ ਪਹਿਲਾਂ ਬਣਾਇਆ ਸੀ? ਮੈਂ ਤਾਂ ਪਤਾ ਮੁਹੱਲਾ ਕਲੀਨਿਕ ਵਾਲੀਆਂ ਇਮਾਰਤਾਂ ਕਿਹਨੇ ਬਣਾਈਆਂ ਸੀ? ਮੁਹੱਲਾ ਕਲੀਨਿਕ ਤੁਸੀਂ ਖੋਡੇ ਨਾ ਇਮਾਰਤਾਂ ਸਾਈਂ ਬਾਹਰ ਫੱਟੇ ਲਾਏ, ਮਾਸਟਰ ਤੁਸੀਂ ਬਾਹਰ ਭੇਜੇ ਨੇ ਉਹ ਲਾਇਕ ਹੀ ਨਹੀਂ ਸੀ। ਸੋ ਇਹ ਗੱਲਾਂ ਜਿਹੜੀਆਂ ਕਹਿਣੀਆਂ ਨੇ ਇਹ ਹੈ ਕਿ ਅਸੀਂ ਤੁਹਾਨੂੰ ਪ੍ਰਬੰਧ ਦੇਵਾਂਗੇ। ਹੁਣ ਇਹ ਪ੍ਰਬੰਧ ਤੋਂ ਜੀ ਭੱਜ ਰਹੇ ਨੇ, ਜਿਹੜਾ ਦੁਖਾਂਤ ਹੈ ਪੰਜਾਬ ਦਾ। ਪੰਜਾਬ ਨੂੰ ਜਿੰਨਾ ਚਿਰ ਤੁਸੀਂ ਸਿਆਸੀ ਤੌਰ ਦੇ ਉੱਤੇ ਇਸ ਗੱਲ ਤੇ ਨਹੀਂ ਖੜਦੇ ਕਿ ਅਸੀਂ ਪੰਜਾਬ ਨੇ, ਹੁਣ ਆ ਗਵਰਨਰ ਦੀ ਗੱਲ ਹੈ ਥੋੜੀ ਜੀ, ਮੈਂ ਤਾਂ ਕਹਿਣਾ ਇਹ ਸੈਂਟਰ ਸਟੇਟ ਰਿਲੇਸ਼ਨ ਦਾ, ਕਿਉਂਕਿ ਗਵਰਨਰ ਏਜੰਟ ਹੈ ਸੈਂਟਰ ਦਾ। ਗਵਰਨਰ ਹੜ੍ਹਾਂ ਦੇ ਵਿੱਚ ਲੋਕ ਮਰ ਰਹੇ ਨੇ, ਹੜ੍ਹਾਂ 'ਚ ਘਿਰੇ ਪਏ ਨੇ, ਇੱਕ ਸਵਾਲ ਨਹੀਂ ਪੁੱਛਦਾ। ਗਵਰਨਰ ਆਪਣੀ ਈਗੋ ਚੜੇ ਹੋਏ ਨੇ ਕਿ ਮੈਂ ਤਾਂ ਸਰਕਾਰ ਤੁੜਵਾ ਦੇਣੀ ਹੈ, ਕਿਸੇ ਗਵਰਨਰ ਨੇ ਨਹੀਂ ਕਿਹਾ। ਦੂਜੀ ਗੱਲ ਨਸ਼ਿਆਂ ਦਾ, ਗਵਰਨਰ ਨਸ਼ਿਆਂ ਦੀ ਗੱਲ ਕਰੀ ਜਾਂਦੇ ਨੇ, ਇਹ ਹੜ੍ਹਾਂ ਦੀ ਜਿਹੜੀ ਫੌਰੀ ਗੱਲ ਇਹ ਨਹੀਂ ਕਰਦੇ। ਇੱਧਰ ਤਾਂ ਅਸੀਂ ਡਾਕਟਰ ਕਰਦੇ ਹਾਂ ਵੀ ਐਮਰਜੈਂਸੀ ਪੁਰਾਣਾ ਮਰੀਜ਼ ਕੈਂਸਰ ਦਾ ਪਿਆ ਚਾਹੇ। ਮੈਨੂੰ ਲੱਗਦਾ ਇਹਦੇ ਦੋਨਾਂ ਪਾਸੇ ਫਾਇਦਾ ਹੀ ਫਾਇਦਾ, ਜਾਂ ਭਗਵੰਤ ਮਾਨ ਦਾ ਜਾਂ ਕੇਜਰੀਵਾਲ ਦਾ। ਜੇ ਗਵਰਨਰ ਨਾਲ ਪੇਚਾ ਪੈ ਜਾਵੇ, ਵਿਰੋਧੀ ਪਾਰਟੀਆਂ ਵੀ ਉਹਦੇ ਤੇ ਭਗਵੰਤ ਮਾਨ ਤੇ ਹਮਲੇ ਕਰਨ ਲੱਗ ਜਾਣ ਕਿ ਦੇਖ ਭਾਈ ਤੂੰ ਗਵਰਨਰ ਨੂੰ ਜਵਾਬ ਕਿਉਂ ਨਹੀਂ ਦਿੰਦਾ, ਭਗਵੰਤ ਮਾਨ ਲਈ ਤਾਂ ਬੜਾ ਵਧੀਆ ਨੈਰੇਟਿਵ ਹੈ। ਇਹ ਵੇਖੋ ਜੀ ਸਾਰੇ ਇਕੱਠੇ ਨੇ ਤਾਂ ਮੈਨੂੰ ਹਟਾਉਣਾ ਚਾਹੁੰਦੇ ਨੇ, ਤੁਸੀਂ ਮੈਨੂੰ ਚੁਣ ਕੇ ਭੇਜੋ। ਜੇ ਗਵਰਨਰ ਦੇਵੇ ਸਰਕਾਰ ਸੁੱਟ ਤੇ 356 ਦੇਵੇ ਲਾ, ਤੇ ਫਿਰ ਕੇਜਰੀਵਾਲ ਦਾ ਤਾਂ ਵਿਕਟਮ ਕਾਰਡ ਹੋ ਗਿਆ ਕਮਾਲ, ਤਾਂ ਸਾਰੇ ਦੇਸ਼ ਵਿਕਟਮ ਹੋ ਗਿਆ ਬੜਾ ਵੱਡਾ। ਤੁਸੀਂ ਪੁਸ਼ ਕਰੋ ਵੀ ਸਰਕਾਰ ਲੜਾਓ, ਸਰਕਾਰ ਨੂੰ ਗਵਰਨਰ ਦੇ ਨਾਲ ਕੋਈ ਨਾ ਕੋਈ ਕ੍ਰਾਈਸਿਸ ਕ੍ਰੀਏਟ ਕਰੋ ਤਾਂ ਕਿ ਮੁਲਕ ਦੇ ਵਿੱਚ ਤੁਸੀਂ ਇੱਕ ਬਿਆਨੀਆਂ ਬਣਾਓ। ਇਹ ਗੇਮ ਨਹੀਂ, ਇਹ ਗੇਮ ਹੈ। ਮੈਂ ਇਹ ਕਹਾਂਗਾ ਭਗਵੰਤ ਮਾਨ ਦੀ ਪੋਲਿਟਿਕਸ ਨਹੀਂ, ਭਗਵੰਤ ਮਾਨ ਦੀ ਕੋਈ ਪੋਲਿਟਿਕਸ ਨਹੀਂ। ਭਗਵੰਤ ਮਾਨ ਦੀ ਇੱਕੋ ਪੋਲਿਟਿਕਸ ਹੋਣੀ ਚਾਹੀਦੀ ਕਿ ਮੈਂ 92 ਲੋਕਾਂ ਦਾ ਫਤਵਾ ਲੈ ਕੇ ਚੱਲ ਰਿਹਾ, ਪੰਜਾਬ ਦੇ ਲੋਕਾਂ ਦਾ ਜ਼ਬਰਦਸਤ ਕਰਜ਼ਾ ਮੇਰੇ ਤੇ, ਮੈਂ ਇਹ ਲਾਉਣਾ ਹੈ, ਮੈਂ ਕਰਕੇ ਦਿਖਾਵਾਂਗਾ। ਮੈਂ ਇੱਕ ਗੱਲ ਕਹਾਂਗਾ ਇਹਦੇ 'ਚ, ਉਹਦੀ ਤਾਂ ਸਿਆਸਤ ਹੀ ਹੋਣੀ ਚਾਹੀਦੀ। ਨਾ ਬਿਲਕੁਲ ਨਹੀਂ, ਇਹ ਇਕੱਲਾ ਇਹ ਕਹਿਣਾ। ਸਿਆਸਤ ਕੀ ਹੈ? ਸਿਆਸਤ ਦੋ ਗੱਲਾਂ ਕਰਦੀ ਹੈ। ਇੱਕ ਜੇ ਸੂਬੇ ਦੇ ਤੱਕ ਰਹਿਣਾ ਵੀ ਸੂਬੇ ਦੇ ਹੱਕ ਕਿਵੇਂ ਨੇ, ਸੈਂਟਰ ਦੇ ਕਿਵੇਂ ਨੇ, ਪੂਰੇ ਦੇਸ਼ ਦੇ, ਤੇ ਦੁਨੀਆ 'ਚ ਸਾਡੀ ਕੀ ਪੋਜੀਸ਼ਨ ਹੈ। ਦੂਜਾ ਇਹ ਹੈ ਕਿ ਜਿਨ੍ਹਾਂ ਗੱਲਾਂ ਵਾਸਤੇ ਅਸੀਂ ਆਏ ਹਾਂ ਉਹ ਸੰਵਿਧਾਨ ਦੇ ਤਹਿਤ ਆਏ ਹਾਂ। ਸੰਵਿਧਾਨ ਨੂੰ ਕਿਵੇਂ ਮੇਨਟੇਨ ਕਰਨਾ ਹੈ, ਦੋਨਾਂ ਦੇ ਵਿੱਚ ਸਰਕਾਰ ਫੇਲ ਹੋ ਰਹੀ ਹੈ। ਨਾ ਤਾਂ ਇਹ ਸੰਵਿਧਾਨ ਦੇ ਵਿੱਚ ਜਿਹੜਾ ਕੁਝ ਕਰਨਾ ਹੈ, ਗਵਰਨਰ ਸਾਹਿਬ ਨੇ ਜਿੰਨੇ ਸਵਾਲ ਪੁੱਛੇ ਉਹਨਾਂ ਦਾ ਸੰਵਿਧਾਨਕ ਜਵਾਬ ਐਸਾ ਸੀ ਕਿ ਗਵਰਨਰ ਸਾਹਿਬ ਦਾ ਥੱਲੇ ਆਉਂਦੇ ਗਵਰਨਰ ਸਾਹਿਬ ਨਹੀਂ, ਉਹਨਾਂ ਨੇ ਗਵਰਨਰ ਸਾਹਿਬ ਨੂੰ ਆਰਾਮ ਨਾਲ ਜਵਾਬ ਦਿੱਤੇ ਜਾ ਸਕਦੇ। ਸਰਕਾਰ ਨੇ ਕੁਝ ਨਾ ਕੀਤਾ ਹੋਵੇ ਉਹ ਵੀ 2 ਘੰਟੇ ਦਾ ਲੈਕਚਰ ਗਵਰਨਰ ਤੋਂ ਦਵਾ ਦਿੰਦੀ ਹੈ ਵੀ ਸਾਡੀਆਂ ਅਚੀਵਮੈਂਟਸ ਕੀ ਨੇ, ਸਾਰੀਆਂ ਸਰਕਾਰਾਂ ਕਰਦੀਆਂ ਨੇ। ਜਿੱਦਾਂ ਦੇ ਜਵਾਬ ਦਿੰਦੇ ਨੇ, ਜਿੱਦਾਂ ਦੀ ਇਹ ਭਾਸ਼ਾ ਵਰਤਦੇ ਨੇ, ਇਹਦਾ ਮਤਲਬ ਇਹਨਾਂ ਦਾ ਕੋਈ ਕੰਸਰਨ ਨਹੀਂ ਹੈ। ਦੂਜਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ ਚਾਹੁੰਦੇ ਇਹ ਨੇ ਵੀ ਵਿਕਟਮ ਕਾਰਡ ਵੀ ਸਾਨੂੰ ਜੇ ਤੋੜਨਗੇ ਅਸੀਂ ਕਹਾਂਗੇ ਦੇਖੋ ਜੀ ਸਾਨੂੰ ਤੋੜਤਾ। ਪਹਿਲਾਂ ਦਿੱਲੀ 'ਚ ਵੀ ਇਹੀ ਹੋਇਆ ਸੀ। ਦਿੱਲੀ ਜਾ ਕੇ ਇੱਕ ਮਿੰਟ ਇੱਕ ਲਾਈਨ 'ਚ ਮੈਂ ਕਹਿਣਾ ਫਿਰ ਖਤਮ ਕਰਦਾ। ਇਹਨਾਂ ਦਾ ਇਹ ਹੈ ਕਿ ਦੋਨੇ ਇੱਕ ਦੂਜੇ ਨਾਲ ਰਲ ਕੇ ਖੇਡ ਰਹੇ ਨੇ ਕੇਂਦਰ ਨਾਲ, ਕਿਉਂਕਿ ਵੋਟਾਂ ਜਿੱਥੇ ਕੋਈ ਦੂਜੀਆਂ ਪਾਰਟੀਆਂ ਜਿੱਤਣਗੀਆਂ ਉੱਥੇ ਆਪ ਪਾਰਟੀ ਜਾ ਕੇ ਵੋਟਾਂ ਵੰਡਣ ਦਾ ਕੰਮ ਕਰੇਗੀ, ਜੇ ਸਿਆਸਤ ਹੈ ਮੇਰੇ ਹਿਸਾਬ ਨਾਲ। You wanted to say something before I ask the question? ਨਹੀਂ ਬਿਲਕੁਲ ਮੈਨੂੰ ਇਹ ਲੱਗਦਾ ਕਿ ਜੇ ਇਹਨਾਂ ਦੇ ਮਨ ਵਿੱਚ ਇਹ ਹੋਵੇ ਕਿ ਪੁਰਾਣੇ ਵਾਂਗੂ ਜੇ ਤੜਵਾ ਕੇ ਤੇ ਲੋਕ ਇਹਨਾਂ ਦੇ ਬਿਲਕੁਲ ਹੱਕ 'ਚ ਖੜੇ ਹੋ ਜਾਣਗੇ। ਜੋ ਟ੍ਰੈਂਡ ਹੁਣ ਚੱਲ ਰਿਹਾ ਜੇ ਇਸੇ ਤਰ੍ਹਾਂ ਹੀ ਰਿਹਾ, ਜਿਹੜੀ ਕੁੱਕੜ ਖੇ ਹੁਣ ਉੱਡ ਰਹੀ ਹੈਗੀ ਤੇ ਕਦੀ ਉਧਰੋਂ ਸੁਖਪਾਲ ਖਹਿਰੇ ਦੇ ਪਿੱਛੇ, ਕਦੀ ਮਨਪ੍ਰੀਤ ਨੇ ਜੋ ਪਿੱਛੇ ਨਿੱਜੀ ਤੌਰ ਤੇ ਉਹਦਾ ਮੋਦੀ ਸਾਹਿਬ ਦੀ ਪਲੇ ਬੁੱਕ ਹੈ ਨਾ, ਬਿਲਕੁਲ ਉਹੀ ਇਹ ਵਰਤ ਲੈਂਦੇ ਉਹ ਚੱਲ ਰਿਹਾ ਉਸ ਕਿਸਮ ਦਾ ਜਿਹੜਾ ਈਡੀ ਹੈ ਨਾ, ਕੋਈ ਵਿਜੀਲੈਂਸ ਬਿਊਰੋ ਹੈ, ਬਿਲਕੁਲ ਇਹ ਚੱਲ ਰਿਹਾ। ਤੇ ਲੋਕ ਜਿਸ ਤਰ੍ਹਾਂ ਥੱਲਿਓਂ ਸਤਾਏ ਪਏ ਆ ਹੜਾਂ ਦੇ ਤੇ ਹੋਰਨਾਂ ਦੇ, ਇਹ ਭੁੱਲ ਜਾਣ ਕਿ ਲੋਕ ਉਮੰਡ ਕੇ ਇਹਨਾਂ ਦੇ ਸਾਹਮਣੇ ਆ ਜਾਣਗੇ। ਪਰ ਇੱਕੋ ਹੀ ਉਹਦਾ ਆਇਆ ਕਿ ਲੋਕ ਆਪਣਾ ਰੋਲ ਲਗਾਤਾਰ ਪਲੇ ਕਰ ਰਹੇ ਨੇ। ਉਹ ਭਾਵੇਂ ਉਹ ਕੀ ਨਾਮ ਬੀਬੀ ਦਾ ਜਿਹੜੀ ਕੋਠੀ 'ਚ ਵੜ ਜਾਂਦੀ ਹੈ NRI ਦੇ, ਉਹਦੇ 'ਚ ਵੀ ਲੋਕ ਹੀ ਅੱਗੇ ਖੜੇ ਹੁੰਦੇ ਨੇ। ਇੱਕ ਮਿੰਟ ਮੈਂ ਇੰਜ ਸੋਚਦਾ ਆ ਕਿ ਜਿਹੜੀ ਤੁਸੀਂ ਅੱਜ ਮੂਵਮੈਂਟ ਦੀ ਗੱਲ ਕਰ ਰਹੇ ਆ ਨਾ, ਉਹ ਲੋਕਾਂ ਕੋਲ ਸੱਤਾ ਅਜੇ ਵੀ ਹੈ। ਲੋਕਾਂ ਨੇ ਇਹਨਾਂ ਨੂੰ ਸੱਤਾ ਦਿੱਤੀ ਹੈ, ਇਹਨਾਂ ਨੂੰ ਗਹਿਣੇ ਨਹੀਂ ਪਾਤੀ। ਹਾਂ ਨਹੀਂ ਉਹਨਾਂ ਦੇ ਆਪਣੇ ਕੋਲ ਹੀ ਹੈ। ਉਹ ਜਦੋਂ ਮਰਜ਼ੀ ਲੱਗੂਗਾ ਉਹ ਆਪਣੇ ਠੋਕਣ। ਬੈਨੀਫੈਕਟਰ ਜਿਹੜਾ ਸਭ ਤੋਂ ਵੱਡਾ ਉਹ BJP ਹੈ, ਜਿਹੜੀ ਪਾਰਟੀ ਇੱਥੇ ਕਦੀ ਮੀਟਿੰਗ ਕਰਨ ਤੋਂ ਆਤੁਰ ਹੋਈ ਸੀਗੀ, ਉਧਰ ਨੂੰ ਤੇ ਲੋਕ ਮੁਹਾਰਾਂ ਤੁਰੀਆਂ ਹੋਈਆਂ ਨੇ, ਸਾਰੀਆਂ ਡਾਚੀਆਂ ਉਧਰ ਨੂੰ ਮੁੜੀ ਜਾਂਦੀਆਂ ਨੇ। ਸੁਣ ਨਾ ਬੰਦੇ ਤੁਰੇ ਉਧਰ ਨੂੰ ਹੋ ਜਾ ਰਹੇ ਨੇ, ਕੁਝ ਬੰਦੇ ਤੁਰੇ ਹੋਏ ਵੱਡੇ ਵੱਡੇ ਸਿਆਸਤਦਾਨ ਚੱਲੇ ਜਾ, ਉਹਨਾਂ ਦੇ ਨਾਲ ਬੰਦੇ ਨਹੀਂ ਜਾਣਗੇ। ਉਹਨਾਂ ਨਾਲ ਬੰਦੇ ਨਹੀਂ ਜਾ ਰਹੇ। ਪਤੰਗ ਉਡਾਉਂਦਾ ਵੀ ਚੱਲਾ ਜੀ, ਉਹਨਾਂ ਦੇ ਬੰਦੇ ਕਿੰਨੇ ਜਾ ਰਹੇ ਨਹੀਂ ਜਾਣਗੇ,
ਬੰਦੇ ਉਹ ਉੱਪਰੋਂ ਚਲੇ ਜਾਣਗੇ, ਥੱਲੇ ਮੈਸੇਜ ਮਾਸ ਨਹੀਂ ਜਾਣਗੇ। ਟਰਫ ਬੀਜੇਪੀ ਦੀ ਸਿਆਸਤ ਲਈ ਪੰਜਾਬ ਦੇ ਵਿੱਚ ਤਿਆਰ ਹੋ ਰਹੀ ਹੈ। ਜਿਹੜੀ ਸੱਤਾ ਕਿਸਾਨਾਂ ਨੇ ਤੇ ਉਹਨਾਂ ਦੇ ਜਿਹੜੇ ਪੈਰੋਕਾਰ ਜਾਂ ਹੋਰ ਸਪੋਰਟਰ ਸੀ, ਉਹਨਾਂ ਨੇ ਆਪਣੇ ਹੱਥ 'ਚ ਲੈ ਲਈ ਹੈ, ਉਹ ਉਹਨਾਂ ਦੇ ਕੋਲ ਹੀ ਆ ਚਾਬੀ। ਇਸ ਕਰਕੇ ਉਹ ਅਲੱਗ-ਅਲੱਗ ਹੁੰਦੇ ਹੋਏ ਵੀ ਉਹ ਆਪਣੇ ਉਸ ਨੂੰ ਇਸਤੇਮਾਲ ਕਰ ਰਿਹਾ। ਤੁਸੀਂ ਦੇਖ ਲਿਓ ਹੁਣ ਜਿਹੜੀ ਉੱਥੇ ਆ ਗਏ ਆ ਨਾ, ਹੁਣ ਭੋਗ ਤੇ ਗਏ, ਯਾਨੀ ਕ੍ਰਿਮੇਸ਼ਨ ਤੇ ਗਏ ਆ, ਉਗਰਾਹਾਂ ਵੀ ਸੀ, ਹੋਰ ਵੀ ਸੀ, ਕਈ ਪੋਲੀਟੀਕਲ ਬੰਦੇ ਵੀ ਸੀ, ਮੇਰਾ ਖਹਿਰਾ ਵੀ ਸੀਗਾ, ਸੁਖਪਾਲ ਖਹਿਰਾ ਵੀ। ਇਹ ਸਾਰੇ ਬੰਦੇ ਇਕੱਠੇ ਹੁੰਦੇ ਆ ਨੇ ਜਦੋਂ ਉਹਨਾਂ ਤੇ ਕੋਈ ਭਾਰੀ ਬਣਦੀ ਆ, ਅੱਗੇ ਵੀ ਇਕੱਠੇ। ਇਹ ਦੱਸੋ ਹੁਣ ਇੱਕ ਨਵੀਂ ਮੂਵ ਕਿਤੇ ਲੱਗ ਰਹੀ ਹੈ ਇਸ ਸੰਦਰਭ ਦੇ ਵਿੱਚ ਹੀ ਵੀ ਨਵੇਂ ਇਸ਼ੂ ਖੜੇ ਕੀਤੇ ਜਾ ਰਹੇ, ਪਾਣੀਆਂ ਦਾ ਮੁੱਦਾ ਬੜੇ ਵੱਡੇ ਲੈਵਲ ਦੇ ਉੱਤੇ ਦੁਬਾਰਾ ਖੜਾ ਕੀਤਾ ਜਾ ਰਿਹਾ। ਬਿਲਕੁਲ ਰਾਜੇਵਾਲ ਹਰੀ ਵੱਡਾ ਸਾਰਾ ਮੀਟਿੰਗ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਕੀਤੀ। ਉਹਨਾਂ ਦਾ ਇਰਾਦਾ ਹੈਗਾ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੁਲਾ ਕੇ ਉਹਦੇ ਤੇ ਆਪਣਾ ਸਟੈਂਡ ਰੱਖਣ ਲਈ ਕਿਹਾ ਜਾਵੇ। ਪਾਣੀਆਂ ਦਾ ਮੁੱਦਾ ਉਹ ਇਹਨੂੰ, ਔਰ ਕਈ ਧਿਰਾਂ ਇਹਦੇ ਵਿੱਚ ਇੰਟਰਸਟਿਡ ਹੈਗੀਆਂ ਨੇ। ਫਿਰ ਕੁਝ ਧਿਰਾਂ ਪੰਜਾਬ ਤੇ ਹਰਿਆਣੇ ਦੇ ਵਿੱਚ ਬਾਰ-ਬਾਰ ਇੱਕ SYL ਵਾਲਾ ਕੋਈ ਨਾ ਕੋਈ ਕੌਂਸਲਾਂ ਵਿੱਚ ਕੁਝ ਨਾ ਕੁਝ ਕਰਵਾਉਣ ਦੇ ਚੱਕਰ ਦੇ ਵਿੱਚ ਹਮੇਸ਼ਾ ਰਹਿੰਦੀਆਂ ਨੇ। ਤੁਹਾਨੂੰ ਲੱਗਦਾ ਹੈ ਇਹ ਫਾਲਟ ਲਾਈਨਸ ਪੰਜਾਬ ਦੇ ਵਿੱਚ ਕਿਧਰੇ ਨਾ ਕਿਧਰੇ ਦੁਬਾਰਾ ਕ੍ਰੀਏਟ ਹੋਣਗੀਆਂ? ਪਾਣੀਆਂ ਦਾ ਮੁੱਦਾ ਦੋ ਤਰੀਕਿਆਂ ਨਾਲ ਯੂਜ਼ ਹੋ ਸਕਦਾ, ਜਾਂ ਤੇ ਸਾਰੇ ਖਿੱਤੇ ਨੂੰ ਇਕੱਠਾ ਕਰਨ ਲਈ ਸੋਲਿਊਸ਼ਨ ਬੇਸਡ ਅਪਰੋਚ, ਤੇ ਜਾਂ ਵੰਡੀਆਂ ਪਾਉਣ ਲਈ ਤੇ ਲੜਾਈ ਕਰਾਉਣ ਲਈ। ਮੇਰਾ ਖਿਆਲ ਹੈ ਰਾਜੇਵਾਲ ਹੁਣ ਇਸ ਗੱਲ ਤੇ ਬੜਾ ਕੌਂਸ਼ੀਅਸ ਹੈ, ਉਹਨਾਂ ਨੂੰ ਨਾਲ ਗੱਲ ਕਰਕੇ ਹੀ ਮੁੱਦੇ ਨੂੰ ਰੱਖਦੇ ਆ। ਉਹਨਾਂ ਦਿਨਾਂ 'ਚ ਮੈਂ ਵੈਸੇ ਇਹ ਗੱਲ ਕੀਤੀ ਸੀ ਹਰਿਆਣਾ ਜਦੋਂ ਉੱਥੇ ਬੈਠੇ ਸੀ, ਮੈਂ ਕਿਹਾ ਬੜੇ ਵੈਟਰਨ ਲੀਡਰ ਨੇ, ਸਾਲਾਂ ਦਾ ਅਭਿਆਸ ਹੈ ਔਰ ਕਮਾਈ ਉਹਨਾਂ ਦੀ ਦਹਾਕਿਆਂ ਦੀ ਹੈ। ਬਿਲਕੁਲ ਉਹਨਾਂ ਨੂੰ ਮੈਂ ਪੁੱਛਿਆ, ਉਹਨਾਂ ਦਾ ਇਲੈਕਟੋਰਲ ਐਕਸਪੀਰੀਅੰਸ ਬੜਾ ਮਾੜਾ ਰਿਹਾ, ਤੇ ਉਹ ਇੱਕ ਮੈਨੂੰ ਲੱਗਦਾ ਉਹ ਸਭ ਤੋਂ ਅਫਸੋਸਨਾਕ ਸੀਗਾ ਵੀ ਜਦੋਂ ਤੁਸੀਂ ਉਹ ਇਦਾਂ ਲੱਗਦਾ ਸੀਗਾ ਵੀ ਕਿਸਾਨ ਅੰਦੋਲਨ ਤੋਂ ਆ ਕੇ ਸਿੱਧੇ ਸੈਕਟਰੀਏਟ ਹੀ ਜਾਣਾ। ਮੈਂ ਉਹਨਾਂ ਨੂੰ ਕਿਹਾ, ਉੱਥੇ ਪੁੱਛਿਆ ਹਰਿਆਣੇ ਵਾਲੇ ਲੀਡਰ, ਉਹਨਾਂ ਨੂੰ ਲੀਡਰਾਂ ਨੂੰ ਮੈਂ ਪੁੱਛਿਆ ਹਰਿਆਣੇ ਵਾਲਿਆਂ ਨੂੰ ਵੀ ਅੱਜ ਤੇ ਤੁਸੀਂ ਵੱਡੇ ਭਰਾ ਛੋਟੇ ਭਰਾ ਦੇ ਗਾਉਣ ਗਾਉਂਦੇ ਆ, ਰੋਜ਼ ਸਾਡੀ ਡਟ ਕੇ ਸਪੋਰਟ ਕਰ ਰਹੇ ਆ, ਤਾਂ ਤੁਸੀਂ ਆਪਣੇ ਬੰਦਿਆਂ ਨੂੰ ਇੱਥੇ ਲੈ ਕੇ ਆਉਂਦੇ, ਪਰ ਤੁਹਾਡਾ ਕੱਲ ਨੂੰ ਜਦੋਂ SYL ਦਾ ਮਾਮਲਾ ਆਇਆ ਫਿਰ ਕੀ ਹੋਊਗਾ? ਉਹ ਹਮ ਆਪਣੇ ਕਰ ਲੈਂਗੇ। ਹੁਣ ਉਹ ਪਹਿਲਾਂ ਵਾਂਗੂ ਬੇਤਫਾਕੀ ਜਿਹੜੇ ਪੋਲੀਟੀਕਲ ਬੰਦੇ ਕਿਸਾਨਾਂ ਨੂੰ ਵਰਤ ਕੇ ਤੇ ਆਪਣੀਆਂ ਵੋਟਾਂ ਬਣਾਉਂਦੇ ਸੀ, ਉਹ ਨਹੀਂ ਹੋਊਗਾ। ਕਿਸਾਨਾਂ ਦੀ ਕਿਸਾਨਾਂ ਨਾਲ ਡਾਇਰੈਕਟ ਅਪਰੋਚ ਰਹੂਗੀ। ਜਿਹੜਾ ਚੰਡੀਗੜ੍ਹ ਦਾ ਹੁਣ ਘਰਾਓ ਕਰਨਾ, ਉਹ ਤੇ 50,000 ਕਰੋੜ ਰੁਪਈਆ ਜਿਹੜਾ ਮੰਗਦੇ ਸੀ 5 ਸੂਬਿਆਂ ਲਈ ਮੰਗ ਰਹੇ ਸੀ, ਉਹ ਯੂਨਿਟੀ ਜਿਹੜੀ ਬਣੀ ਆ ਨਾ ਉੱਥੇ, ਉਹਦਾ ਅਸਰ ਅੱਜ ਵੀ ਦੇਖਣ ਨੂੰ ਮਿਲ ਰਿਹਾ। ਪੁਰਾਣੀਆਂ ਸੁਰਖੀਆਂ ਪੜੋ ਤੇ ਇਹੋ ਜਿਹੀਆਂ ਲੱਗਦੀਆਂ ਨੇ। ਆ ਹੁਣ ਅੱਤ ਚੁੱਕੀ ਹੋਈ ਹੈ ਵੀ ਸੋਸ਼ਲ ਅਕਾਊਂਟ, ਸੋਸ਼ਲ ਮੀਡੀਆ ਦੇ ਅਕਾਊਂਟਸ ਬੰਦ ਕਰਾਓ, YouTube ਦੇ ਚੈਨਲ ਬੰਦ ਕਰਾਓ। ਜਿਹੜਾ ਕੋਈ ਸਰਕਾਰ ਬਾਰੇ ਗੱਲ ਕਰਦਾ ਹੈ, ਮਨਦੀਪ ਪੂਨੀਆ ਇਜ਼ ਅ ਸਟਰਲਿੰਗ ਰਿਪੋਰਟਰ, ਤੇ ਉਹਨਾਂ ਦਾ ਜਿਹੜਾ ਕਿਸਾਨ ਮੂਵਮੈਂਟ ਦਾ ਪੇਜ ਹੈ, ਕਦੀ ਉਹ ਗਾਉਂ ਸਵੇਰਾ, ਉਹਨੂੰ ਤੁਸੀਂ ਬੰਦ ਕਰਵਾ ਰਹੇ ਹੋ। ਕਿੰਨੇ ਸਾਰੇ ਵਿਮਨ ਪੱਤਰਕਾਰ ਨੇ ਜਿਨ੍ਹਾਂ ਦੇ ਚੈਨਲ ਬੰਦ ਕਰਵਾਏ ਜਾ ਰਹੇ ਨੇ। ਤੇ ਜਦੋਂ ਤੁਸੀਂ ਕਹਿੰਦੇ ਹੋ ਵੀ ਸਿਆਸਤ ਕਿਵੇਂ ਚੁੱਪ ਰਹਿੰਦੀ ਹੈ, ਇਹ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਹਰਿਆਣੇ ਲੱਗੇ ਨੇ ਸੰਦੀਪ ਜੀ, ਜਿਨ੍ਹਾਂ ਨੇ 8 ਮਹੀਨੇ ਪਹਿਲਾਂ ਸੈਕਸ਼ੂਅਲ ਅਸੌਲਟ ਦੇ ਚਾਰਜਿਸ, ਪੁਲਿਸ ਚਾਰਜਿਸ ਜਿਹੜੀ ਆ ਹੁਣ ਚਾਰਜ ਕਰ ਰਹੀ ਹੈ, ਤੇ ਹਾਲੇ ਤੱਕ ਉਹ ਮੰਤਰੀ ਮੰਡਲ ਦੇ ਵਿੱਚ ਸਾਰੀ ਸਿਆਸਤ ਸਾਡੀ ਚੁੱਪ ਹੈ। ਸ਼ਾਇਦ ਤੁਸੀਂ ਵੀ ਨਾਲ ਹੀ ਦੈਟ ਇਜ਼ ਪੋਲਿਟਿਕਸ, ਚੁੱਪ ਰਹਿਣਾ ਪੋਲਿਟਿਕਸ ਹੈ ਇਹਨਾਂ ਦੀ। ਤੁਸੀਂ ਵੀ ਨਾਲ, ਅਸੀਂ ਜਾ ਕੇ ਨਹੀਂ ਆਏ ਪੰਚ ਕੋਲੇ, ਤੁਸੀਂ ਦੇਖੋ ਕਿੰਨੇ ਪ੍ਰਾਈਮ ਇਸ਼ੂਜ਼ ਜਾ ਰਹੇ ਨੇ, ਔਰ ਕਦੀ ਸੋਚਿਆ ਨਹੀਂ ਸੀਗਾ ਵੀ ਉਸ ਕਿਸਮ ਦੇ ਸੁਨਹਿਰੇ ਕਿਸਾਨ ਅੰਦੋਲਨ ਦੇ ਸੰਘਰਸ਼ ਤੋਂ ਬਾਅਦ ਇਸ ਕਿਸਮ ਦੇ ਨਾਲ ਸਾਡੀ ਸਿਆਸਤ ਇਹਨਾਂ ਨਿਵਾਨਾਂ ਦੇ ਵਿੱਚ ਆਏਗੀ ਜਦੋਂ ਇਲੈਕਟੋਰਲ ਫਤਵਾ 92 MLAs ਦਾ ਹੋਵੇ। ਉਸ ਤੋਂ ਬਾਅਦ ਵੀ ਸਿਆਸਤ ਇਸ ਤਰੀਕੇ ਨਾਲ ਐਕਟ ਕਰ ਸਕਦੀ ਹੈ। ਇਹਦਾ ਮਤਲਬ ਇੱਕ ਜਿਹੜਾ ਲੈਸਨ ਆ ਉੱਥੋਂ ਜਿਹੜਾ ਸਿੱਖਿਆ, ਉਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਅੰਤ ਨੂੰ ਜਿੰਨੇ ਲੋਕ ਜਾਗਦੇ ਹੋਣ, ਜਿੰਨੇ ਉਹ ਲੋਕ ਸਰੋਕਾਰਾਂ ਨਾਲ ਜੁੜੇ ਹੋਣ, ਤੇ ਜਿੰਨੇ ਚੰਗੇਰੀ ਤਰ੍ਹਾਂ ਆਪਣੇ ਆਪ ਨੂੰ ਜਥੇਬੰਦਕ ਕਰ ਸਕਣ, ਆਰਗੇਨਾਈਜ਼ ਕਰ ਸਕਣ, ਉਨਾ ਹੀ ਸਿਆਸਤ ਦੇ ਉੱਤੇ ਕੁੰਡਾ ਰਹਿੰਦਾ ਹੈ। ਵਰਨਾ ਇਹ ਬੇਬੁਹਾਰੀ ਹੈ। ਜਿਤ ਆਸਨ ਹਮ ਬੈਠੇ केते बैस गया, जित आसन तुम बैठे या हम बैठे कह लो, केते बैस गया। जिथे बैठे ने ना, इतने कई बड़े बड़े लीडर बैठ के गए ने, ये तो अजे नवे ने, ये आपदे आप नूं समझ लैण। एनफ सेड फॉर टुडे, अज लिए इन्ना ही। धन्नवाद ते रब रखा।